तिन संतन को बंदना सिर चरणन पर तार। एक अंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। कबित द्योत कर चंड मह नीत नृप डंड मह दान गज गंड मह शोभत अपार है। हवि जिम खीर मह धीर जिम बीर मह सीर जिम नीर मह होत सुख कार है। जौन जिम इंद मह गंध और बिंद मह मोख तत् बिंद मह जान निरतार है। स्वच्छ जस दान मह तान जिम गान मह ग्रंथ गुर ज्ञान मह तैसे रस सार है। द्योत कर डंड मह नीत नृप डंड मह। वाहिगुरु जी का खालसा वाहिगुरु जी की फतेह। सच्चे पातशाह सतगुरु दीन दयाल धन धन श्री गुरु नानक देव साहिब जी महाराज अमृत के दाते पंथ दे वाली साहिबे कमाल। धन धन श्री गुरु गोबिंद सिंह साहिब जी महाराज। दसे गुरु साहबाना दी आत्मक जोत जागदी जोत। चवर छतर सिंघासन तख्त दे मालक जुगो जुग अटल। धन धन श्री गुरु ग्रंथ साहिब जी महाराज। सतगुरु जी दी साजी निवाजी गुरु रूप गुरु प्यारी गुरु खालसा साध संगत जीओ। आप जी कर्मां वाले वड्डियां भागां वाले हो जो सतगुरु धन धन श्री गुरु अर्जन देव महाराज जी दे पावन पवित्र स्थान विखे हाजरियां भर के इस मनुखा जन्म का लाहा लै रहे हो। सतगुरु नानक देव महाराज गुरु नानक देव गोविंद रूप सच्चे पातशाह जी की महान पावन पवित्र कथा का समा होया है। जिवें सतगुरु महाराज जी ने गोपाल पांधे के प्रति उपदेश किया जिस विच गोपाल पांधा सतगुरु जी नूं लेखे जोखे हिसाब किताब सिखाउण दी सिक्ख्या दे रहा सी। सच्चे पातशाह जी ने गोपाल पांधे नूं कहा कि देखो गोपाल पांधा जी ये जिहड़ा लेखा जोखा हिसाब किताब ये दुनियावी पढ़ाई है ये किसी काम नहीं है। ये जिहड़ी पढ़ाई है इत्थे ते काम आ रही है पर वो परलोक विच काम नहीं आउंदी है। क्या जिहड़ा लेखा जोखा हिसाब किताब है ये हुण वेखो दुनियावी पढ़ाई कीती है असी सब ने कीती होई ते जिन्ने घोटाले हो रहे हैं पढ़े लिखियां दे ते हो रहे हैं। अखबारां विच जिहड़ा नाम आ रहा पढ़े लिखियां दा ही बहुता आ रहा है। फिर गुरु महाराज कहते भी जिहड़ी पढ़ाई है तो अगे लेखा देना पैंदा है। वो पढ़ाई पढ़ो गोपाल पांधा जी जिहड़ी पढ़ाई का लेखा हिसाब किताब ना देना पवे। बाकी असीं की सीखना है लेखे जोखे विच ही सारा कुछ हो रहा है। ये जिहड़ी पढ़ाई है इहदे नाल ते बंदे नूं तगड़े फाहे पै जांदे हैं। ठगियां ठोरियां
ਝੂਠ ਸੱਚ ਇਹੋ ਜਿਹੀ ਬਹੁਤੀ ਪੜ੍ਹਾਈ ਨਾਲ ਲੋਕ ਬੋਲਣ ਲੱਗ ਪੈਂਦੇ ਆ। ਆ ਜੱਜਾਂ ਨੂੰ ਵੇਖੋ ਜਾ ਕੇ, ਆ ਜਿੰਨੇ ਪੈਸੇ ਦੇ ਦਿੱਤੇ ਤੇ ਫੈਸਲਾ ਉਹਦੇ ਵੱਲ ਉਹਨਾਂ ਸੁੱਟ ਦੇਣਾ ਹੁੰਦਾ। ਤੋ ਕੀ ਪੜ੍ਹਿਆ ਤੇ ਹੈ ਹੀ ਹੈ, ਪਰ ਉਹ ਲੇਖਾ ਜੋਖਾ ਨੇ ਕਰ ਦਿੱਤਾ, ਜਿੱਧਰ ਪੈਸੇ ਹੋਏ ਉੱਧਰ ਕਰ ਦਿੱਤਾ। ਤੇ ਉਹਦਾ ਹਿਸਾਬ ਕਿਤਾਬ ਤੇ ਫਿਰ ਅਗਲੇ ਪਾਸੇ ਉਹ ਚੁਕਾਉਣਾ ਹੀ ਪੈਣਾ ਹੈ। ਇਵੇਂ ਆ ਲੀਡਰ ਵੇਖੋ, ਉਹ ਕੂੜ ਬੋਲ ਬੋਲ ਕੇ ਤੇ ਉਹ ਆਪਣੇ ਵੱਲ ਦੀ ਗੱਲ ਕਰਕੇ ਤੇ ਬਾਅਦ ਵਿੱਚ ਕਹਿੰਦੇ ਤੇ ਜੀ ਰਾਜਨੀਤੀ ਹੈ। ਰਾਜਨੀਤੀ 'ਚ ਝੂਠ ਤੇ ਹੁੰਦਾ ਹੀ ਹੈ, ਇਹ ਤੇ ਬੋਲਣਾ ਪੈਂਦਾ ਹੈ ਆਪਣੇ ਵਾਸਤੇ। ਇਹ ਜਿਹੜੇ ਲੇਖੇ ਜੋਖੇ ਦੁਨਿਆਵੀ ਪੜ੍ਹਾਈਆਂ ਹੈ, ਇਹ ਤੇ ਬੰਦੇ ਨੂੰ ਸ਼ਰਾਰਤੀ ਤੇ ਜਿਹੜਾ ਹੈ ਹੈਂਕੜਬਾਜ਼ ਕਰ ਦੇਣ ਵਾਲੀ ਹੈ, ਸ਼ਰਾਰਤੀ ਬਣਾ ਦੇਣ ਵਾਲੀ ਹੈ। ਇਸ ਕਰਕੇ ਗੋਪਾਲ ਪੰਥ ਆ ਜੀ, ਸਾਨੂੰ ਉਹ ਤੇ ਪੜ੍ਹਾਈ ਪੜ੍ਹਾਓ ਆ ਜਿਹੜੀ ਕੋਈ ਬੁੱਧੀਵਾਨ ਪੁਰਸ਼ਾਂ ਵਾਸਤੇ ਚੰਗਾ ਲੇਖਾ ਹੈ। ਫਿਰ ਇਹ ਸੁਣ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਕਹਿੰਦੇ ਵੀ ਉਹ ਜਿਹੜਾ ਚੰਗਾ ਲੇਖਾ ਹੈ ਨਾਮ ਦੇ ਨਾਲ ਪ੍ਰਾਪਤ ਹੁੰਦਾ ਹੈ, ਤੇ ਮੈਂ ਤੇ ਵੇਖਿਆ ਕਿ ਜਿਹੜੇ ਬਹੁਤੇ ਨਾਮ ਜਪਣ ਵਾਲੇ ਗਰੀਬ ਜਿਹੇ ਹੁੰਦੇ ਹੈ, ਨਾ ਉਹਨਾਂ ਨੂੰ ਪ੍ਰਸ਼ਾਦਾ ਪ੍ਰਾਪਤ ਹੁੰਦਾ ਹੈ, ਨਾ ਉਹਨਾਂ ਨੂੰ ਕੱਪੜਾ ਹੀ ਪ੍ਰਾਪਤ ਹੁੰਦਾ ਹੈ। ਜੇ ਕਿਤੇ ਮਿਲ ਮੁਲ ਜਾਵੇ ਤੇ ਖਾ ਲੈਂਦੇ, ਨਹੀਂ ਤਾਂ ਉਹ ਮੰਗ ਤੰਗ ਕੇ ਨੰਗ ਮਲੰਗਾਂ ਵਾਂਗ ਆਪਣਾ ਟਾਈਮ ਕੱਟਦੇ। ਇਹੋ ਜਿਹੇ ਭਜਨ ਸਿਮਰਨ ਵਾਲਿਆਂ ਨੂੰ ਵੇਖ ਕੇ ਮੇਰੀ ਤੇ ਸ਼ਰਧਾ ਜਿਹੜੀ ਨਾਸ ਹੋ ਗਈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਗੋਪਾਲ ਪੰਥ ਇਸ ਤਰ੍ਹਾਂ ਨਹੀਂ ਹੈ। ਉਹ ਜਿਹੜੇ ਨਾਮ ਦੇ ਅਭਿਆਸੀ ਸਿਮਰਨ ਵਾਲੇ ਹੈ, ਉਹਨਾਂ ਨੂੰ ਪਰਮੇਸ਼ਰ ਦਿੰਦਾ ਤੇ ਸਭ ਕੁਝ ਹੈ, ਪਰ ਉਹ ਗ੍ਰਹਿਣ ਨਹੀਂ ਕਰਦੇ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਰਿੱਧੀਆਂ ਸਿੱਧੀਆਂ ਨੌ ਖਜ਼ਾਨੇ ਪ੍ਰਭੂ ਦੇ ਸਿਮਰਨ ਵਿੱਚ ਹੀ ਤੇ ਹੈ, ਉਹ ਉਹਨਾਂ ਕੋ ਹੈ। ਪਰ ਉਹ ਗੁਰੂ ਦੇ ਬਚਨਾਂ 'ਤੇ ਚੱਲਦੇ ਆ ਕਿ ਜਿਵੇਂ ਦਸਮ ਪਿਤਾ ਜੀ ਦੇ ਬਚਨ ਹੈ ਕਿ ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਕਿ ਥੋੜ੍ਹਾ ਖਾਣਾ ਥੋੜ੍ਹਾ ਸੌਣਾ। ਇਹ ਉਹਨਾਂ ਮਹਾਂਪੁਰਸ਼ਾਂ ਦਾ ਸੁਭਾਅ ਹੁੰਦਾ ਹੈ, ਪਰ ਲੋਕ ਸੋਚਦੇ ਵੀ ਇਹਨਾਂ ਨੂੰ ਮਿਲਦਾ ਨਹੀਂ ਹੈ, ਜੁੜਦਾ ਨਹੀਂ ਹੈ। ਉਹ ਤੇ ਗੁਰਮਤ ਦੇ ਧਾਰਨੀ ਹੋ ਕੇ ਰਹਿੰਦੇ ਹੈ, ਗੁਰੂ ਦੀ ਮੱਤ ਅਨੁਸਾਰ ਥੋੜ੍ਹਾ ਖਾਣਾ ਥੋੜ੍ਹਾ ਸੌਣਾ, ਸਾਦੇ ਬਣ ਕੇ ਰਹਿਣਾ। ਤੇ ਲੋਕ ਸੋਚਦੇ ਵੀ ਇਹ ਕੰਗਲਾ ਕੰਗਾਲ ਹੈ, ਪਰ ਅਸਲ ਵਿੱਚ ਉਹਨਾਂ ਪਾਸ ਸੰਤਾਂ ਪਾਸ ਵੇਖੋ ਕਿੰਨੀ ਕਿੰਨੀ ਮਾਇਆ ਹੈ, ਪਰ ਉਹ ਫਿਰ ਵੀ ਇੱਕ ਰੰਗ ਦਾ ਹੀ ਵਸਤਰ ਸਦਾ ਰੱਖਦੇ ਹੈ। ਕਿ ਉਹਨਾਂ ਕੋਲ ਪੈਸੇ ਹੈ ਨਹੀਂ ਹੈ, ਪਰ ਸਾਦਾ ਜੀਵਨ ਜੀਂਦੇ ਹੈ। ਇਸ ਕਰਕੇ ਵੀ ਗੋਪਾਲ ਪੰਥ ਜਿਹੜੇ ਰੱਬ ਦੇ ਪਿਆਰੇ ਸੰਤ ਭਗਤ ਹੈ, ਉਹਨਾਂ ਦਾ ਜਿਹੜਾ ਮਰਨਾ ਉਹ ਵੀ ਆਸਾਨ ਹੈ, ਸੌਖਾ ਹੈ। ਚਿੱਤ ਵਿੱਚ ਖੁਸ਼ ਰਹਿੰਦੇ ਹੈ, ਦੁਨਿਆਵੀ ਪਦਾਰਥਾਂ ਨੂੰ ਤਿਆਗ ਕੇ ਰਹਿੰਦੇ ਹੈ। ਅਗਿਆਨੀ ਪੁਰਸ਼ ਦਾ ਅੰਤ ਨੂੰ ਜਿਹੜਾ ਹੈ ਔਖਾ ਹੋ ਕੇ ਮਰਨਾ, ਸ਼ੋਕ ਦੇ ਸਹਿਤ ਜੂਨਾਂ 'ਚ ਪੈਂਦੇ ਆ। ਕੌਣ ਗਿਣ ਸਕੇ ਕਿੰਨੀਆਂ ਜੂਨਾਂ 'ਚ ਉਹ ਰਹਿੰਦੇ ਹੈ। ਉਹ ਜਿਨ੍ਹਾਂ ਦੇ ਹੁਣ ਨਾਮ ਸੁਲਤਾਨ ਖਾਨ ਬਹਾਦਰ ਸਾਹਿਬ, ਸਰਦਾਰ ਸਾਹਿਬ ਜੀ ਪਏ ਹੋਏ ਹੈ, ਅੰਤ ਨੂੰ ਜਿਹੜਾ ਹੈ ਹੁੰਦੇ ਡਿੱਠੇ ਕੇ ਔਖੇ ਹੁੰਦੇ ਵੇਖੇ ਜਾਂਦੇ ਹੈ। ਜਿਹੜੇ ਝੂਠੀ ਪ੍ਰੀਤੀ ਵਿੱਚ ਸਮਾਂ ਕੱਟਦੇ ਆ, ਨੇ ਸਾਰੇ ਟੁੱਟ ਜਾਂਦੇ ਹੈ। ਐਸਾ ਗੁਰੂ ਜੀ ਨੇ ਜਦੋਂ ਉਪਦੇਸ਼ ਕੀਤਾ ਗੋਪਾਲ ਪੰਥ ਦੇ ਪ੍ਰਤੀ, ਇਹ ਤੇ ਇੰਨਾ ਨਿਮਾਣਾ ਹੋਇਆ ਹੈ, ਗੁਰੂ ਸਾਹਿਬ ਜੀ ਦੇ ਚਰਨਾਂ ਦੇ ਢਹਿ ਪਿਆ ਹੈ। ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਨੂੰ ਮਾਫ ਕਰੋ, ਜਿਹੜਾ ਮੈਂ ਤੁਹਾਨੂੰ ਜਾਣੇ ਅਣਜਾਣੇ 'ਚ ਕਹਿ ਬੈਠਾ ਹਾਂ ਕਿ ਤੁਹਾਡਾ ਜੀ ਕਰਦਾ ਹੋ ਖੇਡਣ ਨੂੰ, ਨਹੀਂ ਤੇ ਤੁਹਾਨੂੰ ਮੈਂ ਮਾਰਾਂਗਾ, ਤੁਸੀਂ ਕਿਉਂ ਨਹੀਂ ਪੜ੍ਹਦੇ ਹੋ। ਇਹੋ ਜਿਹੇ ਜਿਹੜੇ ਅਯੋਗ ਬਚਨ ਕਹੇ ਆ, ਮਹਾਰਾਜ ਮੈਨੂੰ ਮਾਫ ਕਰੋ, ਮੈਂ ਜਾਣ ਲਿਆ ਤੁਸੀਂ ਦੇ ਪਰਮੇਸ਼ਰ ਹੋ। ਇਹ ਬਾਬਾ
ਕਲਿਆਣ ਚੰਦ ਜੀ ਦੇ ਘਰ ਜਿਹੜਾ ਤੁਸੀਂ ਪੁੱਤਰ ਰੂਪ ਹੋ ਕੇ ਨਾਨਕ ਨਾਮ ਰਖਵਾ ਕੇ ਆਏ ਹੋਏ ਹੋ, ਅਸਲ ਵਿੱਚ ਤੇ ਤੁਸੀਂ ਮੁਕਤੀ ਦਾਤੇ ਹੋ ਤੇ ਇਹ ਸੰਸਾਰ ਸਮੁੰਦਰ ਉੱਤੇ ਜਿਹੜੇ ਕਲਯੁਗ ਦੇ ਮੰਦੀ ਮੱਤ ਵਾਲੇ ਜੀਵ ਹੈ ਉਹਨਾਂ ਨੂੰ ਤਾਰਨ ਵਾਸਤੇ ਆਏ ਹੋ। ਇਵੇਂ ਬਚਨ ਕਹੇ ਹੈ ਗੁਰੂ ਜੀ ਨੇ, ਅਕਸ ਮਾਤਰ ਅਚਨਚੇਤ ਕਿਰਪਾ ਭਰੀ ਮਿਹਰ ਕੀਤੀ ਹੈ। ਇਹਦੇ ਮਨ ਦੀ ਬਿਰਤੀ ਲੱਗ ਗਈ, ਸਮਾਧੀ ਲੱਗ ਗਈ। ਤਤ ਬੇਤਿਆਂ ਵਾਲੀ ਜਿਹੜੀ ਹੈ ਉਹ ਪਦਵੀ ਬ੍ਰਹਮ ਗਿਆਨੀਆਂ ਵਾਲੀ ਪਾ ਲਈ ਹੈ ਕਿ ਜਿਹੜੇ ਤਿੰਨੇ ਤਾਪ ਆਦ ਬਿਆਦ ਉਪਾਦ ਗੁਰੂ ਸਾਹਿਬ ਜੀ ਨੇ ਕੱਢ ਦਿੱਤੇ ਹੈ। ਗੁਰੂ ਜੀ ਦੀ ਮਹਿਮਾ ਕਰਦਾ ਇਹ ਚੁੱਪ ਕਰ ਗਿਆ ਹੈ। ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਜੋ ਗੋਪਾਲ ਪਾਂਧੇ ਨੂੰ ਉਪਦੇਸ਼ ਕੀਤਾ ਗੁਰੂ ਜੀ ਨੇ, ਉਸ ਕੱਲਾ ਗੋਪਾਲ ਪਾਂਧੇ ਨੂੰ ਨਹੀਂ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਕੁੱਲ ਆਲਮ ਨੂੰ ਉਪਦੇਸ਼ ਕੀਤਾ ਗੁਰੂ ਜੀ ਨੇ, ਸਾਨੂੰ ਵੀ ਕੀਤਾ। ਗੁਰੂ ਮਹਾਰਾਜ ਕਿਰਪਾ ਕਰਨ ਕਿ ਜਿਹੜੇ ਦੁਨਿਆਵੀ ਲੇਖੇ ਜੋਖੇ ਹਿਸਾਬ ਕਿਤਾਬਾਂ ਤੋਂ ਅਸੀਂ ਪਰੇ ਹੋ ਕੇ ਉਹ ਵਾਹਿਗੁਰੂ ਦੇ ਜਿਹੜੇ ਬਣਾਏ ਹੋਏ ਲੇਖੇ ਵਿੱਚ ਗੁਜ਼ਰ ਕੇ ਨਾਮ ਸਿਮਰਨ ਵਿੱਚ ਸਮਾਂ ਗੁਜ਼ਾਰਨ ਕਰੀਏ। ਅੱਗੇ ਸਤਿਗੁਰੂ ਮਹਾਰਾਜ ਜੀ ਦੀ ਜਿਵੇਂ ਮਹਾਨ ਪਾਵਨ ਪਵਿੱਤਰ ਕਥਾ ਆ ਰਹੀ ਹੈ, ਆਪਾਂ ਸਰਵਣ ਕਰੀਏ। ਸਭ ਤੋਂ ਪਹਿਲਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਪਾਵਨ ਪਵਿੱਤਰ ਬਾਣੀ ਦਾ ਮੰਗਲ ਕਵੀ ਸਾਹਿਬ ਜੀ ਕਰ ਰਹੇ ਹਨ ਕਿ ਗੁਰੂ ਸਾਹਿਬ ਜੀ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗਿਆਨ ਹੈ ਉਹ ਸ੍ਰੇਸ਼ਟ ਰਸ ਵਾਲਾ ਹੈ। ਥੋਥਾ ਰਸ ਨਹੀਂ ਹੈ, ਬੇਰਸਾ ਨਹੀਂ ਹੈ ਗਿਆਨ, ਮਹਾਨ ਰਸ ਵਾਲਾ ਗਿਆਨ ਹੈ। ਗੁਰੂ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਦਾ ਮੰਗਲ ਭਾਈ ਸਾਹਿਬ ਜੀ ਜਿਵੇਂ ਕਰ ਰਹੇ ਹਨ, ਆਪਾਂ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਦਿਉਤ ਕਰ ਚੰਡ ਮਹਿ। ਭਾਈ ਸਾਹਿਬ ਜੀ ਮੰਗਲ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕਹਿੰਦੇ ਹੈ, ਜਿਸ ਤਰ੍ਹਾਂ ਦਿਉਤ ਕਹੀਏ ਜਿਹੜਾ ਸੂਰਜ ਹੈ, ਕਰ ਨਾਮ ਕਿਰਨਾਂ ਦਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਵਿੱਚ ਆ ਬੜਾ ਤੇਜ਼ ਹੁੰਦਾ ਹੈ, ਤ੍ਰਿਖਾਪਣ, ਗਰਮੀ, ਨਿੱਘ ਹੁੰਦਾ ਹੈ, ਤੇ ਉਹ ਸੂਰਜ ਦੀਆਂ ਕਿਰਨਾਂ ਜਿਨ੍ਹਾਂ ਵਿੱਚ ਤ੍ਰਿਖਾਪਣ, ਗਰਮੀ, ਨਿੱਘ ਹੁੰਦਾ ਹੈ, ਉਹ ਬੜਾ ਸੋਭਦਾ ਹੈ। ਜੇ ਸੂਰਜ ਦੀਆਂ ਕਿਰਨਾਂ ਵਿੱਚ ਨਿੱਘ ਗਰਮੀ ਨਾ ਹੋਵੇ ਤੇ ਉਹ ਸੂਰਜ ਦੀ ਕਿਰਨਾਂ ਦੀ ਕੋਈ ਸ਼ੋਭਾ ਨਹੀਂ ਹੈ। ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਵਿੱਚ ਆ ਨਿੱਘ, ਤ੍ਰਿਖਾਪਣ, ਗਰਮੀ ਬੜੀ ਸ਼ੋਭਦੀ ਹੈ। ਨੀਤ ਨ੍ਰਿਪ ਦੰਡ ਮਹਿ। ਤੇ ਰਾਜੇ ਦੇ ਦੰਡ ਵਿੱਚ, ਰਾਜੇ ਦੇ ਦੰਡ ਵਿੱਚ ਜੇ ਨੀਤੀ ਹੋਵੇ, ਨਿਆਂ ਹੋਵੇ, ਉਹ ਵੀ ਬੜਾ ਸ਼ੋਭਦਾ ਹੈ। ਉਹ ਰਾਜਾ ਬੜਾ ਸ਼ੋਭਦਾ ਹੈ ਜਿਹੜਾ ਅਨਿਆਂ ਕਰੇ ਆਪਣੇ ਦੰਡ ਵਿੱਚ। ਇੱਥੇ ਪਾਠ ਦੱਦੇ ਨਾਲ ਦੰਡ ਪਾਠ ਹੈ, ਦੰਡ ਪਾਠ ਨਹੀਂ ਹੈ। ਤੇ ਇਵੇਂ ਉਹ ਰਾਜਾ ਜਦੋਂ ਨਿਆਂ ਕਰਦਾ, ਕਈ ਰਾਜੇ ਹੁੰਦੇ ਨਾ ਅਨਿਆਂ ਕਰੀ ਜਾਂਦੇ ਹੈ, ਉਹਦੇ ਦੰਡ ਵਿੱਚ ਕੋਈ ਨੀਤੀ ਨਹੀਂ ਹੈ। ਜਿਸ ਦੰਡ ਦੇ ਵਿੱਚ ਨੀਤੀ ਹੈ, ਨਿਆਂ ਪੂਰੇ ਦਾ ਪੂਰਾ ਹੈ, ਉਹ ਰਾਜਾ ਵੀ ਬੜਾ ਸ਼ੋਭਦਾ ਹੈ। ਉਹਦੇ ਦੰਡ, ਉਹਦੇ ਹੁਕਮ ਵਿੱਚ, ਉਹਦੀ ਹਕੂਮਤ ਵਿੱਚ ਜਿਹੜੀ ਨੀਤੀ ਹੈ, ਸਹੀ ਕੀਤੀ ਹੋਈ ਨਿਆਂ, ਉਹ ਵੀ ਜਿਵੇਂ ਬੜਾ ਸ਼ੋਭਦਾ ਹੈ। ਦਾਨ ਗਜ ਗੰਡ ਮਹਿ। ਹਾਥੀ ਜਿਹੜਾ ਹੈ, ਜਿਵੇਂ ਹਾਥੀ ਦੇ ਗੰਡ ਸਥਲ ਵਿੱਚ ਆ ਮੱਧ ਚੋਂਦਾ ਹੈ, ਉਹ ਵੀ ਬੜਾ ਸ਼ੋਭਦਾ ਹੈ। ਆ ਪੁੜਪੜੀ ਤੋਂ ਲੈ ਕੇ ਤੇ ਗਲ ਤੱਕ ਹਾਥੀ ਦੇ ਅੰਦਰ ਵਾਰ ਇੱਕ ਮੱਧ ਚੋਂਦਾ ਹੈ ਜਿਹਦੀ ਬੜੀ ਸੁਗੰਧੀ ਹੁੰਦੀ ਹੈ। ਤੇ ਉਹ ਜਿਸ ਤਰ੍ਹਾਂ ਹਾਥੀ ਦੇ ਗੰਡ ਪੁੜਪੜੀ ਤੋਂ ਲੈ ਕੇ ਗਲ ਤੱਕ ਉਸ ਸਥਾਨ ਦੇ ਵਿੱਚ
ਅੱਜ ਜਿਸ ਤਰ੍ਹਾਂ ਮੱਧ ਚੋਂਦਾ ਹੈ ਤੇ ਉਹ ਬੜਾ ਸੋਭਦਾ ਹੈ। ਸ਼ੋਭਤ ਅਪਾਰ ਹੈ। ਇਹ ਤਿੰਨਾਂ ਵਿੱਚ ਹੀ ਜਿਹੜਾ ਸੂਰਜ ਦੀਆਂ ਕਿਰਨਾਂ ਵਿੱਚ ਤੇਜ ਹੋਵੇ, ਗਰਮੀ ਹੋਵੇ, ਨਿੱਘ ਹੋਵੇ, ਉਹ ਬੜੀਆਂ ਸੋਭਦੀਆਂ ਹੈ। ਜਿਹੜਾ ਰਾਜੇ ਦੇ ਦੰਡ ਨਿਆਂ ਦੇ ਵਿੱਚ ਅਨੀਤੀ ਹੋਵੇ, ਸਹੀ ਫੈਸਲਾ ਹੋਵੇ, ਉਹ ਬੜਾ ਸੋਭਦਾ ਹੈ ਰਾਜਾ ਦੇ ਨਿਆਂ। ਤੇ ਇਸੇ ਤਰ੍ਹਾਂ ਹਾਥੀ ਦੇ ਜਿਹੜਾ ਗੰਡ ਸਥਾਲ ਵਿੱਚ ਮੱਧ ਚੋਂਦਾ ਹੈ, ਇਹ ਜਿਵੇਂ ਬੇਅੰਤੀ ਸੋਭਦੇ ਹਨ। ਹਵੀ ਜਿਮ ਖੀਰ ਮਹਿ। ਤੇ ਫਿਰ ਜਿਸ ਤਰ੍ਹਾਂ ਖੀਰ ਕਹੀਏ ਦੁੱਧ ਦੇ ਵਿੱਚ ਥੰਧਿਆਈ ਬੜੀ ਸੁਖਕਾਰੀ ਹੈ, ਸੁਖ ਕਰਨ ਵਾਲੀ ਹੈ। ਦੁੱਧ ਦੇ ਵਿੱਚ ਹਵੀ ਕਹੀਏ ਜਾਂ ਘਿਓ ਜਿਹੜਾ ਹੈ ਉਹ ਬੜਾ ਸੁਖਕਾਰੀ ਹੈ। ਜਿਸ ਦੁੱਧ ਵਿੱਚ ਉਹ ਘਿਓ ਨਹੀਂ ਹੈ, ਥੰਧਿਆਈ ਨਹੀਂ ਹੈ, ਉਹ ਦੁੱਧ ਦੀ ਕੋਈ ਸ਼ੋਭਾ ਨਹੀਂ ਹੈ, ਨਾ ਉਹ ਸੁਖ ਕਰਨ ਵਾਲਾ ਹੈ। ਤੇ ਘਿਓ ਵੀ ਸੁਖ ਕਰਨ ਵਾਲਾ ਤਾਂ ਹੀ ਹੈ ਜੇ ਉਹਨੂੰ ਨਿਯਮ ਨਾ ਖਾਧਾ ਜਾਵੇ। ਕਈ ਮਹਾਂਪੁਰਸ਼ ਕਹਿੰਦੇ ਆ ਵੀ ਇੱਕ ਤੋਲਾ ਰੋਜ਼ ਦਾ ਸਾਰੀ ਜ਼ਿੰਦਗੀ ਮਰਦੇ ਦਮ ਤੱਕ ਘਿਓ ਖਾਈ ਜਾਓ, ਕਦੀ ਨੁਕਸਾਨ ਨਹੀਂ ਕਰੂਗਾ। ਪਰ ਜਿਹੜਾ ਖਾ ਲੈਣਾ ਕੜਛੇ ਭਰ ਭਰ ਕੇ, ਕਦੀ ਵੱਧ ਤੇ ਕਦੀ ਘੱਟ, ਫਿਰ ਉਹ ਕਦੀ ਦਸਤ ਲੱਗ ਗਏ, ਕਦੀ ਸਰੀਰ 'ਚ ਤੰਗੀ ਪਰੇਸ਼ਾਨੀ ਆ ਜਾਂਦੀ ਹੈ, ਕਦੀ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਵੱਧ ਘੱਟ ਖਾਣੇ ਕਰਕੇ। ਪਰ ਘਿਓ ਤਾਂ ਐਸਾ ਹੈ ਜਿਵੇਂ ਇੰਜਣ ਹੁੰਦੇ ਆ, ਉਹਨਾਂ ਨੂੰ ਗਰੀਸ ਦੇਈਦੀ ਹੈ ਅਤੇ ਉਹ ਚੰਗੇ ਪੁਰਜੇ ਚੱਲਦੇ ਹੈ। ਇਸੇ ਤਰ੍ਹਾਂ ਹੀ ਜਿਹੜਾ ਸਰੀਰ ਹੈ, ਸਰੀਰ ਵਿੱਚ ਜਿਹੜਾ ਘਿਓ ਹੈ ਉਹ ਖਾਣਾ, ਉਹ ਸਾਰੇ ਅੰਗ ਪ੍ਰਤੰਗ ਜਿਹੜੇ ਉਹਨਾਂ ਨੂੰ ਥੰਧਿਆਈ ਦੇ ਕੇ ਸਹੀ ਰਹਿੰਦੇ ਅੰਗ। ਇੱਕ ਤਾਂ ਚਮੜੀ ਚਮਕਦੀ ਹੈ, ਇੱਕ ਕੂਲੀ ਰਹਿੰਦੀ ਹੈ ਚਮੜੀ। ਉਹ ਦੁੱਧ ਵਿੱਚ ਜਿਵੇਂ ਘਿਓ ਹੋਵੇ, ਥੰਧਿਆਈ ਹੋਵੇ, ਉਹ ਬੜਾ ਸੁਖਕਾਰੀ ਹੈ। ਇੱਕ ਤਾਂ ਘਿਓ ਉਹ ਹੈ ਨਾ ਜਿਹੜੇ ਅੱਜ ਕੱਲ੍ਹ ਡੇਅਰੀਆਂ 'ਚ ਮਿਲਦੇ ਮੁੱਲ, ਜਾਂ ਲੋਕ ਕੱਢੀ ਜਾਂਦੇ ਐਵੇਂ, ਉਹ ਕੋਈ ਸੁਖਕਾਰੀ ਨਹੀਂ, ਜਿਹੜਾ ਸ਼ੁੱਧ ਨਹੀਂ ਹੈ, ਉਹ ਤਾਂ ਦੁੱਖਦਾਈ ਹੈ, ਅੰਦਰ ਜਾ ਕੇ ਜੰਮਦਾ ਹੀ ਹੈ। ਨਖਾਲਸ ਘਿਓ ਹੋਵੇ ਸ਼ੁੱਧ, ਉਹ ਸੁਖ ਕਰਨ ਵਾਲਾ ਹੈ। ਜਿਵੇਂ ਖੀਰ ਦੇ ਵਿੱਚ ਘਿਓ, ਜਿਵੇਂ ਦੁੱਧ ਦੇ ਵਿੱਚ ਘਿਓ ਜਿਹੜਾ ਹੈ ਸੁਖ ਕਰਨ ਵਾਲਾ, ਸੁਖਕਾਰੀ ਹੈ। ਧੀਰ ਜਿਮ ਬੀਰ ਮਹਿ। ਜਿਵੇਂ ਸੂਰਮੇ ਵਿੱਚ ਧੀਰਜਤਾ ਬੜੀ ਸੁਖਕਾਰੀ ਹੈ। ਜੇ ਸੂਰਮਾ ਬਹੁਤੀ ਫੌਜ ਵੇਖ ਕੇ ਧੀਰਜਤਾ ਖੋ ਦਿੱਤੀ, ਡਰ ਗਿਆ, ਉਹ ਫਿਰ ਕੋਈ ਸੁਖ ਕਰਨ ਵਾਲੀ ਨਹੀਂ, ਸਗੋਂ ਦੁੱਖ ਦੇਣ ਵਾਲੀ ਹੈ। ਜੇ ਸੂਰਮੇ ਨੇ ਜੰਗ ਦੇ ਵਿੱਚ ਧੀਰਜਤਾ ਨਹੀਂ ਰੱਖੀ ਤੇ ਉਹ ਹਲਚਲ ਮਚਾ ਦਿੱਤੀ ਤੇ ਉਹ ਦੁੱਖ ਦਊਗੀ, ਛੇਤੀ ਮੌਤ ਕਰਵਾ ਦਊਗੀ। ਜਿਵੇਂ ਸੂਰਮੇ ਦੇ ਵਿੱਚ ਧੀਰਜਤਾ ਬੜੀ ਸੁਖਕਾਰੀ ਹੈ। ਸੀਰ ਜਿਮ ਨੀਰ ਮਹਿ। ਫਿਰ ਜਲ ਵਿੱਚ, ਪਾਣੀ ਵਿੱਚ ਜਿਵੇਂ ਸੀਤਲਤਾ ਬੜੀ ਸੁਖਕਾਰੀ, ਸੁਖ ਕਰਨ ਵਾਲੀ ਹੈ। ਜੇ ਜਲ ਵਿੱਚ ਠੰਡ ਹੀ ਨਹੀਂ ਹੈ, ਉਹ ਪੀਤਿਆਂ ਪਿਆਸ ਨਹੀਂ ਮਿਟਦੀ, ਠੰਡ ਨਹੀਂ ਪੈਂਦੀ, ਤੇ ਉਹ ਪਾਣੀ ਦੀ ਕੋਈ, ਉਹ ਪਾਣੀ ਸੁੱਖ ਕਰਨ ਵਾਲਾ ਨਹੀਂ ਹੈ ਕੋਈ। ਜਿਹੜਾ ਅਤ ਦੀ ਗਰਮੀ ਵਿੱਚ ਠੰਡੇ ਪਾਣੀ ਨਾਲ ਪਿਆਸ ਮਿਟ ਜਾਵੇ, ਅੰਦਰ ਠੰਡ ਪੈ ਜਾਵੇ, ਉਹ ਪਾਣੀ ਦੀ ਵੀ ਜਿਵੇਂ ਬੜੀ ਸੋਭਾ ਹੈ। ਹੋਤ ਸੁਖਕਾਰ ਹੈ। ਜਲ ਦੇ ਵਿੱਚ ਜਿਵੇਂ ਸੀਤਲਤਾਈ ਬੜੀ ਸੁਖ ਕਰਨ ਵਾਲੀ ਹੈ। ਤਿੰਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਉਪਰੋਕਤ ਦੱਸੀਆਂ ਹਨ। ਜੋਨ ਜਿਮ ਇੰਦ ਮਹਿ। ਹੁਣ ਕਵੀ ਸਾਹਿਬ ਜੀ ਕਹਿ ਰਹੇ ਹੈ ਜਿਵੇਂ ਚੰਦਰਮਾ ਹੁੰਦਾ ਹੈ, ਚੰਦਰਮਾ ਦੇ ਵਿੱਚ ਜੌਨ ਕੀ ਜਿਹੜੀ ਚਾਂਦਨੀ ਹੈ, ਪ੍ਰਕਾਸ਼ ਹੈ, ਉਹ ਜਾਣ ਨਿਰਧਾਰ, ਨਿਸ਼ਚੇ ਕਰਕੇ ਜਾਣ ਲਓ ਵੀ ਚੰਦਰਮਾ ਦੇ ਵਿੱਚ ਜਿਵੇਂ ਚਾਂਦਨੀ ਹੁੰਦੀ ਹੀ ਹੁੰਦੀ ਹੈ। ਭਾਵੇਂ ਕਿ ਅੱਗੇ ਬੱਦਲ ਹੋ ਜਾਂਦੇ, ਪਰ ਜਿਹੜਾ ਚੰਦਰਮਾ ਵਿੱਚ ਪ੍ਰਕਾਸ਼ ਤੇ ਹੁੰਦਾ ਹੀ ਹੁੰਦਾ ਹੈ। ਉਹਦੇ ਬੱਦਲਾਂ ਦੇ ਭਰਮ ਕਰਕੇ ਉਹ ਪ੍ਰਕਾਸ਼ ਨਹੀਂ ਦਿਸਦਾ ਹੈ।
ਤੇ ਬੱਦਲ ਹੋਣ ਹੋ ਗਏ ਤੇ ਇਹਦਾ ਮਤਲਬ ਇਹ ਨਹੀਂ ਕਿ ਚੰਦਰਮਾ ਦੇ ਵਿੱਚ ਚਾਂਦਨੀ ਨਹੀਂ ਹੈ, ਪ੍ਰਕਾਸ਼ ਨਹੀਂ ਹੈ। ਨਿਸ਼ਚੈ ਕਰਕੇ ਜਾਣ ਲਓ ਵੀ ਜਿਸ ਤਰ੍ਹਾਂ ਚੰਦਰਮਾ ਦੇ ਵਿੱਚ ਪੱਕਾ ਹੀ ਜਿਹੜਾ ਹੈ ਨਿਰਣੇ ਪੂਰਵਕ ਹੀ ਚਾਂਦਨੀ ਹੁੰਦੀ ਹੈ, ਸਮਾਈ ਹੋਈ ਨਿਵਾਸ ਕਰਦੀ ਹੈ। ਗੰਧ ਅਰਬਿੰਦ ਮਹਿ ਕਮਲ ਫੁੱਲ ਵਿੱਚ ਜਿਵੇਂ ਸੁਗੰਧੀ ਨਿਵਾਸ ਕਰਦੀ ਹੈ, ਬੜੀ ਸੁਖਕਾਰੀ ਸ਼ੋਭਾ ਦਿੰਦੀ ਹੈ। ਮੁਖ ਤਤ ਬਿੰਦ ਮਹਿ ਤੇ ਤਤ ਬੇਤਾ ਜੋ ਬ੍ਰਹਮ ਗਿਆਨੀ ਹੈ, ਜਿਵੇਂ ਤਤ ਬੇਤੇ ਵਿੱਚ ਮੁਕਤੀ ਨਿਵਾਸ ਕਰਦੀ ਹੈ, ਜਾਣ ਨਿਰਧਾਰ ਹੈ। ਨਿਸ਼ਚੈ ਕਰਕੇ ਜਾਣ ਲਓ ਵੀ ਤਤ ਬੇਤੇ ਵਿੱਚ ਮੁਕਤੀ ਦਾ ਨਿਵਾਸ ਹੁੰਦਾ ਬ੍ਰਹਮ ਗਿਆਨੀ ਵਿੱਚ। ਉਹ ਜੇ ਚਾਹਵੇ ਜਿਹਨੂੰ ਉਹਨੂੰ ਮੁਕਤ ਕਰ ਸਕਦਾ ਹੈ। ਇੱਥੇ ਭਾਈ ਸਾਹਿਬ ਜੀ ਕਹਿ ਰਹੇ ਵੀ ਜਿਵੇਂ ਤਤ ਬੇਤੇ ਵਿੱਚ ਮੁਕਤੀ ਦਾ ਨਿਵਾਸ ਹੁੰਦਾ ਹੈ। ਜਾਨ ਨਿਰਧਾਰ ਮਹਿ ਨਿਸ਼ਚੈ ਕਰਕੇ ਜਾਣ ਲਓ ਇਹਨਾਂ ਦੇ ਵਿੱਚ ਹਰ ਸਮੇਂ ਹਰ ਵਕਤ ਹੀ ਜਿਹੜੇ ਨਿਵਾਸ ਗੁਣ ਹੁੰਦੇ ਹੈ। ਸੁਵੱਛ ਜਸ ਦਾਨ ਮਹਿ ਜਿਹੜਾ ਦਸਾਂ ਨੌਆਂ ਦੀ ਕਿਰਤ ਕੀਤੀ ਹੋਈ, ਧਰਮ ਦੀ ਕਮਾਈ ਕੀਤੀ ਹੋਈ, ਉਸ ਵਿੱਚੋਂ ਜਿਹੜਾ ਕੋਈ ਦਾਨ ਕੀਤਾ ਹੋਇਆ ਜੇ ਉਜਲ ਜਸ ਸਮਾਇਆ ਹੁੰਦਾ ਹੈ, ਸੁਭਾਏਮਾਨ ਹੁੰਦਾ ਹੈ। ਜਿਹੜਾ ਦਸਾਂ ਨੌਵਾਂ ਦੀ ਕਿਰਤ ਕਰਕੇ ਹੱਕ ਸੱਚ ਦੀ ਕਮਾਈ ਕਰਕੇ ਦਾਨ ਪੁੰਨ ਕਰੀਦਾ ਹੈ ਤੇ ਉਹਦੇ ਵਿੱਚ ਸ੍ਰੇਸ਼ਟ ਜਸ ਹੈ, ਉਜਲ ਜਸ। ਮਨ ਨੂੰ ਵੀ ਟਿਕਾ ਆਉਂਦਾ ਹੈ, ਹੱਕ ਦੀ ਕਮਾਈ ਹੈ, ਹਰਾਮ ਦੀ ਕਮਾਈ ਨਹੀਂ ਕੀਤੀ ਹੈ। ਤੇ ਸੱਚ ਦੀ ਕਮਾਈ ਵਿੱਚੋਂ ਦਿੱਤਾ ਹੋਇਆ ਦਾਨ ਪੁੰਨ ਨਾਲ ਵੀ ਚੈਨ ਹੁੰਦਾ ਹੈ। ਉਹ ਖੁਸ਼ੀ ਹੁੰਦੀ ਮਨ ਨੂੰ ਕਿ ਮੈਂ ਵੇਖੋ 200-250 ਰੁਪਈਆ ਕਮਾਇਆ ਹੈ, ਉਹ 'ਚ ਵੀ ਗੁਰੂ ਘਰ ਲਈ ਕੁਝ ਨਾ ਕੁਝ ਦਿੱਤਾ ਹੈ, ਮਨ ਨੂੰ ਖੁਸ਼ੀ ਹੁੰਦੀ ਹੈ। ਜਿਵੇਂ ਕਹਿੰਦੇ ਭਾਈ ਦਸਾਂ ਨੌਵਾਂ ਦੀ ਕਿਰਤ ਕਰਕੇ ਤੇ ਉਹਦੇ ਵਿੱਚੋਂ ਦਾਨ ਕਰਨ ਵਿੱਚ ਉਜਲ ਜਸ ਸੁਭਾਏਮਾਨ ਹੁੰਦਾ, ਪ੍ਰਾਪਤ ਹੁੰਦਾ ਹੈ। ਤਾਨ ਜਿਮ ਗਾਨ ਮਹਿ ਫਿਰ ਜਿਹੜੇ ਗਾਉਣ ਵਿੱਚ ਗੰਦੇ ਮੰਦੇ ਗੀਤ ਨਹੀਂ ਜਿਹੜੇ ਅਸੀਂ ਸੁਣਦੇ ਰਹਿੰਦੇ ਹਾਂ, ਉਹ ਗੀਤ ਨਹੀਂ। ਜਿਹੜੇ ਪਰਮੇਸ਼ਰ ਦੇ ਭਜਨ ਦੇ ਸੰਬੰਧੀ ਗੀਤ ਹੈ, ਗੁਰਬਾਣੀ ਦੇ ਗੀਤ ਸਮਝ ਲਓ। ਜਿਹੜੇ ਸ੍ਰੇਸ਼ਟ ਗੀਤ ਹੈ ਉਹਨਾਂ ਵਿੱਚ ਜਿਵੇਂ ਤਾਣ ਦੀ ਸ਼ੋਭਾ ਹੁੰਦੀ ਹੈ, ਜਿਹੜਾ ਸੁਰਾਂ ਦਾ ਫੈਲਾਓ ਕਰਦਾ ਹੈ ਤਾਣਾ, ਉਹ ਤਾਣ ਨਾ ਹੋਣ, ਸਾਜ਼ ਨਾ ਹੋਣ ਤੇ ਉਹ ਸੰਗੀਤ ਦੀ ਸ਼ੋਭਾ ਨਹੀਂ ਬਣਦੀ ਹੈ। ਜਿਵੇਂ ਉਹ ਗਾਉਣ ਦੇ ਵਿੱਚ ਤਾਨਾਂ ਜਿਹੜੇ ਸੁਰਾਂ ਦਾ ਫੈਲਾਓ ਕਰਦੀਆਂ ਹੈ, ਉਹ ਜਿਵੇਂ ਉਹਦਾ ਸ੍ਰੇਸ਼ਟ ਰਸ ਹੈ, ਸ੍ਰੇਸ਼ਟ ਉਹਦਾ ਰਸ ਹੈ, ਉਹਦੇ ਵਿੱਚ ਜਿਵੇਂ ਆਨੰਦ ਹੁੰਦਾ ਹੈ। ਗ੍ਰੰਥ ਗੁਰ ਗਿਆਨ ਮਹਿ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਉਸ ਬਾਣੀ ਦੇ ਗਿਆਨ ਵਿੱਚ ਤੈਸੇ ਰਸ ਸਾਰ ਹੈ। ਇਸੇ ਤਰ੍ਹਾਂ ਹੀ ਸ੍ਰੇਸ਼ਟ ਰਸ ਹੈ, ਤੈਸੇ ਰਸ ਸਾਰ ਹੈ, ਸ੍ਰੇਸ਼ਟ ਰਸ ਹੈ। ਥੋਥਾ ਰਸ ਨਹੀਂ ਹੈ, ਬੇਰਸਾ ਰਸ ਨਹੀਂ ਹੈ, ਮਹਾਨ ਰਸ ਹੈ। ਜਿਹੜੇ ਇਸ ਬਾਣੀ ਦਾ ਰਸ ਚੱਖਦੇ ਹੈ ਉਹ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ। ਜਿਹੇ ਰਸ ਬਿਸਰ ਗਏ ਰਸ ਔਰ, ਜਿਨ੍ਹਾਂ ਨੂੰ ਗੁਰਬਾਣੀ ਦਾ ਰਸ ਆ ਗਿਆ ਉਹਨਾਂ ਨੂੰ ਹੋਰ ਰਸ ਸਾਰੇ ਫਿੱਕੇ ਪੈ ਗਏ ਹੈ। ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ, ਉਹਨਾਂ ਨੂੰ ਸੱਚਾ ਨਾਂ ਮਿੱਠਾ ਲੱਗਣ ਲੱਗ ਪੈਂਦਾ ਹੈ। ਉਹ ਫਿਰ ਗੁਰਬਾਣੀ ਦੇ ਰਸ ਨਾਲ ਸੰਤ ਬ੍ਰਹਮ ਗਿਆਨੀ ਬਣ ਜਾਂਦੇ ਆ ਤੇ ਮਹਾਨ ਰਸ ਨੂੰ ਪ੍ਰਾਪਤ ਕਰਦੇ ਆ। ਗ੍ਰੰਥ ਗੁਰ ਗਿਆਨ ਮਹਿ ਜਿਵੇਂ ਇਸੇ ਤਰ੍ਹਾਂ ਜਿਵੇਂ ਭਾਈ ਚਾਰ ਚੀਜ਼ਾਂ ਉੱਪਰ ਦੱਸੀਆਂ ਹੋਈਆਂ, ਚਾਰ ਪ੍ਰਕਾਰ ਦੇ ਜਿਹੜੇ ਉੱਪਰ ਗਿਆਨ ਦੱਸੇ ਹੋਏ ਨਾ, ਇਹ ਚਾਰ ਪ੍ਰਕਾਰ ਦੇ ਗਿਆਨ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੇਸ਼ਟ ਰਸ ਹੈ, ਥੋਥਾ ਰਸ ਨਹੀਂ ਹੈ। ਨਹੀਂ ਤੇ ਜਿਹੜੇ ਹੋਰ ਚੀਜ਼ਾਂ ਹੈ
ਹੋਰ ਕੋਈ ਪੁਸਤਕਾਂ ਆ ਜਿਹੜੇ ਦੁਨਿਆਵੀ ਗਿਆਨ ਇਹਨਾਂ ਵਿੱਚ ਤੇ ਖੋਖਲਾ ਰਸ ਹੈ, ਫੋਕਾ ਰਸ ਹੈ, ਕੋਈ ਰਸ ਨਹੀਂ ਇਹਨਾਂ ਵਿੱਚ। ਕਿਤੇ ਗੁਰਬਾਣੀ ਪੜ੍ਹਾਂਗੇ ਧਿਆਨ ਨਾਲ ਤੇ ਵਿਰਾਗ ਹੋ ਜੂ, ਨੇਤਰਾਂ 'ਚੋਂ ਜਲ ਕਿਰਜੂ, ਆ ਕਦੀ ਭਾਵਨਾ ਬਣੋ ਗੁਰੂ ਦੇ ਪ੍ਰਤੀ। ਤੇ ਦੁਨਿਆਵੀ ਕਿਤਾਬਾਂ, ਯੂਨੀਵਰਸਿਟੀਆਂ, ਕਾਲਜ ਜਿੰਨੀ ਮਰਜ਼ੀ ਪੜ੍ਹੀ ਜੇ, ਕਿਤੇ ਰੋਣ ਥੋੜ੍ਹੀ ਆਉਣਾ ਹੈ ਵੀ ਆਹ ਕੀ ਲਿਖ ਦਿੱਤਾ ਹੈ, ਕਿੱਦਾਂ ਦੀ ਗੱਲ ਸੀ, ਅੱਜ ਕਿਵੇਂ ਹੋ ਰਿਹਾ, ਕਿਤੇ ਨਹੀਂ ਰੋਣ ਆਉਣਾ, ਕਿਤੇ ਵਿਰਾਗ ਨਹੀਂ ਆਉਣਾ। ਇਸੇ ਤਰ੍ਹਾਂ ਵਿਦਾਂਤ ਦਾ ਜਿਹੜਾ ਰਸ ਹੈ ਉਹ ਹੈ ਤੇ ਮਹਾਨ, ਪਰ ਲੋਕਾਂ ਨੂੰ ਖੋਖਲਾ ਹੋ ਜਾਂਦਾ ਉਹ ਵੀ। ਉਹ ਕਹਿੰਦੇ ਅਹੰ ਬ੍ਰਹਮਾਸਮੀ, ਮੈਂ ਹੀ ਬ੍ਰਹਮ ਹਾਂ। ਫਿਰ ਉਹ ਕਹਿੰਦੇ ਮੈਂ ਉਹੀ ਰੇ, ਮੈਂ ਉਹੀ ਰੇ, ਵੀ ਮੈਂ ਤੇ ਰੱਬ ਹੀ ਹਾਂ। ਫਿਰ ਉਹ ਵਿਸ਼ੇ ਵਿਕਾਰ ਕਮਾਉਂਦੇ ਤੇ ਰਸ ਸਾਰਾ ਖਤਮ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇ ਜਿਹੜਾ ਕੋਈ ਕਮਾਊਗਾ ਉਹ ਬ੍ਰਹਮ ਗਿਆਨੀ ਬਣੂਗਾ ਤੇ ਉਹਨੂੰ ਹੀ ਰਸ ਆਊਗਾ। ਇਹਦੇ ਵਿੱਚ ਤੇ ਰਸ ਪ੍ਰਾਪਤ ਕਰਨਾ ਪਵੇਗਾ ਮਿਹਨਤ ਮੁਸ਼ੱਕਤ ਕਰਕੇ, ਕੋਲੋਂ ਨਹੀਂ ਕੋਈ ਕਹਿ ਸਕਦਾ ਮੈਂ ਬ੍ਰਹਮ ਗਿਆਨੀ ਬਣ ਗਿਆ ਹਾਂ। ਇਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆ ਸ੍ਰੇਸ਼ਟ ਮਹਾਨ ਰਸ ਹੈ ਭਾਈ। ਸ੍ਰੀ ਬਾਲਾ ਸੰਦਰਵਾਚ। ਭਾਈ ਸੰਤੋਖ ਸਿੰਘ ਜੀ ਨੇ ਗੁਰਬਾਣੀ ਦਾ ਮੰਗਲ ਕਰਕੇ ਹੁਣ ਜਿਹੜੀ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਆਰੰਭ ਕਰਨ ਜਾ ਰਹੇ ਹੈ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਹੈ, ਦੋਹਰਾ ਸਹਜ ਸੁਭਾਇਕ ਮੁਕਤ ਦਾ। ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਜੋ ਸਹਿਜ ਸੁਭਾਅ ਜਾਂ ਸੁੱਤੇ ਸੇਧੀ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਜੀ ਹਨ। ਆਵਤ ਭਏ ਆਵਾਸ। ਇਹ ਗੋਪਾਲ ਪਾਂਦੇ ਦੇ ਪ੍ਰਤੀ, ਕੁਲ ਆਲਮ ਦੇ ਪ੍ਰਤੀ ਇਹ ਮਹਾਨ ਪਾਵਨ ਪਵਿੱਤਰ ਉਪਦੇਸ਼ ਕਰਕੇ ਗੋਪਾਲ ਪਾਂਦੇ ਨੂੰ ਬ੍ਰਹਮ ਗਿਆਨ ਬਖਸ਼ ਕੇ ਤਤ ਬੇਤਿਆਂ ਦੀ ਪਦਵੀ ਦੇ ਕੇ ਉਹਦੇ ਤਿੰਨੇ ਪਾਪ ਕੱਟ ਕੇ ਆ ਘਰ ਵਿੱਚ ਆ ਦਾਖਲ ਹੋਏ ਐ। ਪਦ ਨੂੰ ਪਰ ਕਟ ਕਿੰਕਣੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁੰਦਰ ਆ ਪੌਟੇ ਪਾਏ ਹੋਏ ਐ। ਚਰਨਾਂ ਵਿੱਚ ਆ ਲੱਕ ਨਾਲ ਸੁੰਦਰ ਜਿਹੜੀ ਸੋਨੇ ਦੇ ਘੁੰਗਰੂਆਂ ਵਾਲੀ ਤੜਾਗੀ ਉਹ ਬੰਨੀ ਹੋਈ ਐ। ਸ਼ਬਦ ਹੋਤ ਪ੍ਰਕਾਸ਼। ਜਦੋਂ ਗੁਰੂ ਮਹਾਰਾਜ ਜੀ ਚਰਨਾਂ ਨਾਲ ਚੱਲ ਕੇ ਦੌੜੇ ਆ ਰਹੇ ਐ ਤੇ ਉਹ ਘੁੰਗਰੂ ਜਿਹੜੇ ਤੜਾਗੀ ਦੇ ਉਹ ਵੀ ਪ੍ਰਕਾਸ਼ ਕਰਦੇ, ਸ਼ਬਦ ਆਵਾਜ਼ਾਂ ਕਰਦੇ, ਖੜਕਾ ਕਰਦੇ ਐ। ਚਰਨਾਂ ਵਿੱਚ ਜਿਹੜੇ ਪੌਟੇ ਪਾਏ ਹੋਏ ਐ, ਜਿਹਨੂੰ ਆਪਾਂ ਝਾਂਜਰਾਂ ਜਿਹੀਆਂ ਕਹਿ ਦਿੰਦੇ ਆ, ਉਹ ਪੌਟੇ ਵੀ ਆ ਬੜੇ ਆਵਾਜ਼ਾਂ ਕਰਦੇ ਐ, ਛਣ ਛਣ ਦੀ ਆਵਾਜ਼ ਆਉਂਦੀ ਹੈ। ਚੌਪਈ ਮਾਤ ਬਿਲੋਕਤ ਬੈਨ ਲਾਇਓ। ਜਦੋਂ ਸਤਿਗੁਰ ਜੀ ਆਇਓ ਖੜਕਾ ਜਿਹਾ ਹੋਇਆ ਹੈ, ਮਾਤਾ ਜੀ ਨੇ ਦੇਖਿਆ ਕਿ ਸਪੁੱਤਰ ਨਾਨਕ ਜੀ ਆ ਘਰ ਵਿੱਚ ਆ ਗਏ ਐ ਤੇ ਵੇਖ ਕੇ ਉਹ ਬਚਨ ਐਵੇਂ ਮੁਖੋਂ ਕਿਹਾ, ਬਿਨਾ ਪਰਦੋਖ ਸਦਨ ਚੱਲ ਆਇਓ। ਪੁੱਤਰ ਗੁਰੂ ਨਾਨਕ ਸਾਹਿਬ ਜੀ ਅਜੇ ਤੇ ਸ਼ਾਮ ਨਹੀਂ ਹੋਈ ਹੈ, ਅੱਜ ਕਿਵੇਂ ਤੁਸੀਂ ਅੱਜ ਛੁੱਟੀ ਨਹੀਂ ਹੋਈ, ਅਜੇ ਪਹਿਲਾਂ ਹੀ ਚੱਲ ਕੇ ਘਰ ਆ ਗਏ ਹੋ। ਤੋਰ ਤਾਤ ਤਾੜਹਿ ਗੋ ਤਾਤਾ। ਪੁੱਤਰ ਤੁਸੀਂ ਆ ਛੁੱਟੀ ਨਹੀਂ ਹੋਈ, ਪਹਿਲਾਂ ਚੱਲ ਕੇ ਆ ਗਏ ਹੋ, ਤੁਹਾਡੇ ਪਿਤਾ ਜੀ ਨੂੰ ਪਤਾ ਲੱਗੇਗਾ, ਉਹ ਤੁਹਾਨੂੰ ਬੜਾ ਤਾੜਨਗੇ, ਆ ਬੜਾ ਗੁੱਸੇ ਹੋਣਗੇ। ਹਿਤ ਕਰ ਪੜਹੁ ਨਾ ਖੇਲਹਿ ਰਾਤਾ। ਕਿਉਂਕਿ ਗੁਰੂ ਨਾਨਕ ਸਾਹਿਬ ਪੁੱਤਰ ਜੀ ਤੁਸੀਂ ਆ ਪ੍ਰੇਮ ਕਰਕੇ ਆਪ ਲੇਖੇ ਜੋਖੇ ਦੀ ਪੜ੍ਹਾਈ ਕਿਉਂ ਨਹੀਂ ਪੜ੍ਹਦੇ ਹੋ? ਤੁਸੀਂ ਪ੍ਰੇਮ ਕਰਕੇ ਪੜ੍ਹਦੇ ਨਹੀਂ ਹੋ, ਆ ਖੇਲ ਦੇ ਵਿੱਚ ਤੁਸੀਂ ਰੰਗੇ ਰਹਿੰਦੇ ਹੋ, ਤੁਸੀਂ ਖੇਲਣ ਵਿੱਚ ਤੁਹਾਡਾ ਜ਼ਿਆਦਾ ਪ੍ਰੇਮ ਹੈ, ਭਾਵ ਤੁਸੀਂ ਖੇਡ ਕੇ ਰਾਜੀ ਹੋ ਜ਼ਿਆਦਾ। ਨੈਣ ਨੀਰ ਬਾਰਕ ਕੀ ਨਿਆਈ। ਜੋ ਮਹਾਰਾਜ ਸੱਚੇ ਪਾਤਸ਼ਾਹ ਪਰਮ ਪਿਤਾ ਪਰਮੇਸ਼ਰ ਹੈ, ਆ ਬੱਚਿਆਂ ਦੀ ਨਿਆਈ ਨੇਤਰਾਂ ਵਿੱਚੋਂ ਆ ਜਲ ਜਲ ਲੈ ਆਂਦਾ ਹੈ। ਜੋ ਗੁਰੂ ਨਾਨਕ ਸਾਹਿਬ ਆਪ ਸਭ ਦੇ ਅਥਰੂ ਪੂੰਝਣ ਵਾਲੇ ਹੈ, ਇਵੇਂ ਆਪਣੇ
ਉਹ ਬੱਚਿਆਂ ਜੇ ਵਾਂਗ ਲੀਲਾ ਜੀ ਕਰਦੇ ਨੇਤਰਾਂ ਵਿੱਚ ਜਲ ਲੈ ਆਂਦਾ ਹੈ। ਅਵਨੀ ਖਨਤ ਸੰਤ ਸੁਖਦਾਈ, ਜੋ ਆ ਸਾਧੂਆਂ ਨੂੰ ਸੰਤਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਇਵੇਂ ਆ ਜ਼ਮੀਨ ਭੁੰਜੇ ਹੀ ਬੈਠ ਗਏ ਐ ਤੇ ਆਪਣੀਆਂ ਨੋਹਾਂ ਦੇ ਨਾਲ ਧਰਤੀ ਜੀ ਬੱਚਿਆਂ ਵਾਂਗ ਖੁਰਚਣ ਲੱਗ ਪਏ ਐ। ਕਰ ਸੋ ਕਰ ਗਹਿ ਕਰ ਪੁਨ ਮਾਤਾ, ਮਾਤਾ ਜੀ ਨੇ ਵੇਖਿਆ ਕਿ ਇਹ ਤੇ ਰੋਣ ਲੱਗ ਪਏ ਐ। ਆਪਣੇ ਹੱਥਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਫੜ ਕੇ ਉਹਨਾਂ ਅੰਕ ਬਸਾਏ ਕਹਿਓ ਬਹੁ ਭਾਂਤਾ, ਉਹ ਮੋਹ ਪ੍ਰੇਮ ਜਿਹਾ ਜਾਗ ਗਿਆ ਹੈ ਤੇ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਬਹੁਤ ਤਰ੍ਹਾਂ ਜਿਵੇਂ ਮਾਵਾਂ ਬੱਚਿਆਂ ਨੂੰ ਕਹਿੰਦੀਆਂ ਪ੍ਰੇਮ ਨਾਲ, ਬਹੁਤ ਤਰ੍ਹਾਂ ਨਾਲ ਹੀ ਕਿਹਾ ਹੈ ਕਿ ਪੁੱਤਰ ਜੀ ਭੂਖਨ ਅਵਰ ਦੇਹ ਕਰਵਾਈ, ਪੁੱਤਰ ਕਿਉਂ ਤੁਸੀਂ ਆ ਰੋਂਦੇ ਹੋ? ਰੋ ਨਾ ਤੁਸੀਂ, ਆ ਤੁਹਾਨੂੰ ਗਹਿਣੇ ਜਿਹੜੇ ਆ ਜਿੰਨੇ ਕਹਿੰਦੇ ਹੋਰ ਕਢਵਾ ਦਿੰਨੇ ਬਣਾ ਦਿੰਨੇ ਆ। ਭੋਜਨ ਮਧੁਰ ਲਿਹੋ ਨਿਤ ਖਾਈ, ਫਿਰ ਤੁਸੀਂ ਜਦੋਂ ਆ ਪੜ ਕੇ ਆਇਆ ਕਰੋਗੇ ਜਿਹੜਾ ਵੀ ਭੋਜਨ ਮਿੱਠਾ ਸਲੂਣਾ ਮੰਗਿਆ ਕਰੋਗੇ, ਆ ਮਿੱਠੇ ਭੋਜਨ ਜਿਵੇਂ ਤੁਹਾਡਾ ਜੀ ਕਰੇ ਨਿਤ ਖਾ ਲਿਆ ਕਰੋ ਆ ਕੇ। ਜੇ ਅਬ ਪੜ੍ਹੈ ਪ੍ਰੀਤ ਕਰ ਲੇਖਾ, ਹੇ ਗੁਰੂ ਨਾਨਕ ਸੁਪੁੱਤਰ ਜੇ ਤੁਸੀਂ ਅੱਜ ਹੁਣ ਤੁਹਾਡਾ ਪੜ੍ਹਨ ਦਾ ਸਮਾਂ ਹੈ, ਜੇ ਤੁਸੀਂ ਆ ਪ੍ਰੇਮ ਨਾਲ ਹਿਸਾਬ ਕਿਤਾਬ ਦੀ ਆ ਲੇਖੇ ਜੋਖੇ ਦੀ ਪੜ੍ਹਾਈ ਪ੍ਰੀਤੀ ਨਾਲ ਪੜ੍ਹ ਲਓਗੇ। ਕਾਰਜ ਆਵਹਿ ਹੋਏ ਵਿਸ਼ੇਖਾ, ਜਦੋਂ ਤੁਸੀਂ ਵੱਡੇ ਹੋਗੇ ਤੁਹਾਡੇ ਕੰਮ ਆਓਗੇ। ਆ ਤੁਹਾਡੇ ਵੇਖੋ ਨਾ ਤੁਸੀਂ ਆਪਣੇ ਪਿਤਾ ਜੀ ਵੱਲ, ਉਹ ਪੜ੍ਹੇ ਹੋਏ ਸੀ, ਪਟਵਾਰੀ ਲੱਗੇ ਹੋਏ ਆ ਤੇ ਤੁਸੀਂ ਵੀ ਕੱਲ ਨੂੰ ਆ ਪਟਵਾਰੀ ਲੱਗੋਗੇ, ਮਾਇਆ ਕਮਾਓਗੇ। ਪੁੱਤਰ ਮਾਇਆ ਬਿਨਾ ਕੁਝ ਨਹੀਂ ਹੈ, ਆ ਕਿਸੇ ਦੇ ਹੱਥਾਂ ਵੱਲ ਨਹੀਂ ਵੇਖੋਗੇ। ਦੋਹਰਾ ਅਜਰ ਮਾਂਜ ਵਿਚਰਤ ਬਹਰ, ਇਵੇਂ ਗੁਰੂ ਮਾਤਾ ਜੀ ਨੇ ਬੜਾ ਪ੍ਰੇਮ ਪਿਆਰ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਗੋਦ ਵਿੱਚੋਂ ਆ ਛੱਡ ਦਿੱਤਾ ਹੈ ਤੇ ਗੁਰੂ ਮਹਾਰਾਜ ਆ ਵਿਹੜੇ ਦੇ ਵਿੱਚ ਉਸੇ ਤਰ੍ਹਾਂ ਹੀ ਵਿਚਰਨ ਲੱਗੇ ਆ, ਖੇਲਣ ਲੱਗ ਪਏ। ਫਿਰ ਸਾਂਝ ਪਈ ਜਿਹ ਕਾਲ, ਜਿਸ ਵਕਤ ਆ ਸ਼ਾਮ ਜੀ ਹੋ ਗਈ, ਦਿਨ ਢਲ ਗਿਆ ਹੈ। ਕਾਲੂ ਆਲਾ ਆਏ ਪਿਖ, ਬਾਬਾ ਕਲਿਆਣ ਚੰਦ ਜੀ ਘਰ ਆਏ ਐ ਤੇ ਐਵੇਂ ਵੇਖਿਆ ਹੈ। ਲੋਚਨ ਲਾਲ ਕਿਰਪਾਲ, ਜੋ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਐ ਆਪਣੇ ਲਾਲ ਪਿਆਰੇ ਸੁਪੁੱਤਰ ਨੂੰ ਆਪਣੇ ਨੇਤਰਾਂ ਨਾਲ ਦੇਖਿਆ ਕਿ ਪੁੱਤਰ ਸਾਡੇ ਘਰ ਆ ਗਿਆ ਪੜ ਕੇ। ਚੌਪਈ ਪ੍ਰੇਮ ਮੋਦ ਸੋ ਗਰੇ ਲਗਾਇਓ, ਬੜੇ ਪ੍ਰੇਮ ਤੇ ਆਨੰਦ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਆ ਘੁੱਟ ਕੇ ਜੱਫੀ ਪਾਈ ਹੈ। ਬਾਬਾ ਕਲਿਆਣ ਚੰਦ ਜੀ ਨੇ ਗਲੇ ਨਾਲ ਲਾਇਆ ਹੈ ਘੁੱਟ ਕੇ। ਬੈਸ ਮੰਚ ਪਰ ਅੰਕ ਬਸਾਇਓ, ਪਲੰਗ ਉੱਪਰ ਬੈਠ ਗਏ ਐ ਤੇ ਲਾਡ ਪ੍ਰੇਮ ਕਰਦਿਆਂ ਗੋਦੀ 'ਚ ਬਿਠਾ ਲਿਆ ਹੈ। ਪੜਿਓ ਆਜ ਜੋ ਮੁਝੇ ਸੁਨਾਏ, ਪੁੱਤਰ ਗੁਰੂ ਨਾਨਕ ਸਾਹਿਬ ਅੱਜ ਜੋ ਤੁਸੀਂ ਆ ਪੜ ਕੇ ਆਏ ਹੋ ਆ ਪਾਠਸ਼ਾਲਾ ਦੇ ਵਿੱਚ ਕੀ ਕੁਝ ਪੜਿਆ ਹੈ? ਜੋ ਪੜਿਆ ਪੁੱਤਰ ਜੀ ਆ ਮੈਨੂੰ ਸੁਣਾ ਦਿਓ ਚੰਗੀ ਤਰ੍ਹਾਂ। ਗੋਬਿੰਦ ਪਾਂਦਾ ਤੁਝੈ ਪੜਾਏ, ਆ ਕਿਸ ਤਰ੍ਹਾਂ ਨਾਲ ਗੋਪਾਲ ਪੰਥ ਨੇ ਤੁਹਾਨੂੰ ਪੜਾਇਆ ਹੈ, ਕੀ ਸੰਥਿਆ ਦਿੱਤੀ ਹੈ, ਕੀ ਅੱਜ ਪੜਾਇਆ? ਪੁੱਤਰ ਜੀ ਆ ਮੈਨੂੰ ਪੜ ਕੇ ਸੁਣਾ ਦਿਓ ਜੋ ਪੜ ਕੇ ਆਏ ਹੋਏ ਹੋ। ਸੁਨ ਕਰ ਪਿਤਾ ਬਚਨ ਨਿਜ ਕਾਨਨ, ਇਸ ਤਰ੍ਹਾਂ ਪਿਤਾ ਜੀ ਦੇ ਬਚਨ ਸੁਣ ਕੇ ਆਪਣੇ ਕੰਨਾਂ ਵਿੱਚ ਭਾਵ ਆ ਬੜੇ ਧਿਆਨ ਨਾਲ ਸੁਣ ਕੇ ਬਚਨ ਬਾਬਾ ਕਲਿਆਣ ਚੰਦ ਜੀ ਦੇ। ਕੇਤਿਕ ਪੈੜੇ ਕਹਿ ਕਮਲਾ ਲਣਾ, ਆ ਕਮਲ ਵਰਗੇ ਮੁਖ ਤੋਂ, ਕਮਲ ਸ਼ਰੀਕੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਕੁ ਪਹਾੜੇ ਆ ਬੜੀ ਛੇਤੀ ਸੁਣਾ ਦਿੱਤੇ ਐ। ਹਿਤੋ ਹੁਤੇ ਸੋ ਬਾਰਕ ਆਏ, ਹਜੇ ਪਹਾੜੇ ਸੁਣਾ ਹੀ ਰਹੇ ਐ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਬਾਬਾ ਕਲਿਆਣ ਚੰਦ ਜੀ ਬੈਠੇ ਹੋਏ ਐ।
ਉਹ ਜਿਹੜੇ ਪ੍ਰੇਮ ਕਰਨ ਵਾਲੇ ਬੱਚੇ ਸੀ ਇੰਨੇ ਨੂੰ ਉਹ ਆ ਗਏ। ਪੁਨ ਉੱਠ ਕਰ ਤਿਨ ਸੰਗ ਸਦਾਏ। ਫਿਰ ਗੁਰੂ ਮਹਾਰਾਜ ਪਿਤਾ ਜੀ ਦੀ ਗੋਦੀ ਚੋਂ ਨਿਕਲ ਕੇ ਬੜੀ ਛੇਤੀ ਨਾਲ ਉੱਠ ਕੇ ਉਹਨਾਂ ਬੱਚਿਆਂ ਨਾਲ ਬਾਹਰ ਦੌੜ ਲਾ ਦਿੱਤੀ ਹੈ। ਖੇਲਣ ਲੱਗੇ ਬੀਥ ਕਾ ਮਾਹੀ। ਗੁਰੂ ਸਾਹਿਬ ਜੀ ਆ ਸ਼ਾਮ ਦਾ ਸਮਾਂ ਹੋਇਆ, ਦਿਨ ਸਾਰਾ ਡੁੱਬ ਗਿਆ ਹੈ ਤੇ ਉਹ ਗਲੀਆਂ ਰਾਏ ਭੋਏ ਤਲਵੰਡੀ ਜਿਹੜੀ ਹੈ ਜਿਸ ਨੂੰ ਗੁਰੂ ਜੀ ਨੇ ਪਵਿੱਤਰ ਕੀਤਾ ਹੈ, ਉਹਨਾਂ ਗਲੀਆਂ ਵਿੱਚ ਆ ਖੇਡਣ ਲੱਗ ਪਏ ਬੱਚਿਆਂ ਨਾਲ। ਚੰਦ ਚਾਂਦਨੀ ਪੂਰਨ ਜਾਹੀ। ਆ ਜਿੱਥੇ ਆ ਚੰਦਰਮਾ ਦੀ ਚਾਂਦਨੀ ਆ ਪੂਰਨੀ ਪੂਰੀ ਆ ਪੈ ਰਹੀ ਹੈ, ਗਲੀਆਂ ਵਿੱਚ ਚੰਦਰਮਾ ਦਾ ਚਾਨਣ ਚਾਰ ਚੁਫੇਰੇ ਛਾਇਆ ਹੋਇਆ ਹੈ ਤੇ ਗੁਰੂ ਨਾਨਕ ਸਾਹਿਬ ਜੀ ਆ ਬੱਚਿਆਂ ਨਾਲ ਖੇਡ ਰਹੇ ਐ। ਸ਼੍ਰੀ ਮੁਖ ਨਾਨਕ ਪਨਹਿ ਕਹਾਣੀ। ਫਿਰ ਗੁਰੂ ਮਹਾਰਾਜ ਕਿਉਂ ਬਾਲਕਾਂ ਨੂੰ ਗਿਆਨ ਦੇਣ ਵਾਸਤੇ ਆਪਣੇ ਸੋਭਾ ਵਾਲੇ ਮੁਖ ਤੋਂ ਉਹ ਪਰਮੇਸ਼ਰ ਦੇ ਸੰਬੰਧ ਵਿੱਚ ਆ ਕਥਾ ਕਹਾਣੀ ਕਹਿਣ ਲੱਗੇ ਐ। ਭਜਨ ਭਗਤ ਸੋ ਮਿਲੀ ਜੋ ਬਾਣੀ। ਜੋ ਗੁਰੂ ਸਾਹਿਬ ਜੀ ਦੀ ਆ ਬਾਣੀ ਬਚਨ ਆਓ ਜਿਹੜੀ ਕਥਾ ਕਹਾਣੀ ਕਹਿ ਰਹੇ ਐ, ਆ ਪਰਮੇਸ਼ਰ ਦੇ ਭਜਨ ਸਿਮਰਨ ਤੇ ਭਗਤੀ ਵਿੱਚ ਮਿਲੀ ਹੋਈ ਹੈ ਬਾਣੀ। ਦੋਹਰਾ ਮਧੁਰ ਸਦਾ ਸਮ ਬਚਨ ਸੁਨਾ। ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਆ ਅੰਮ੍ਰਿਤ ਸਮਾਨ ਬੜੇ ਮਿੱਠੇ ਸੁਣ ਕੇ ਤੂਸ਼ਨ ਹੋਵਹਿ ਬਾਲ। ਬੱਚੇ ਜਿਹੜੇ ਉੱਥੇ ਜਾਂ ਚੁੱਪੀ ਕਰ ਜਾਂਦੇ, ਕਿਤੇ ਨਹੀਂ ਆਵਾਜ਼ ਕਰਦੇ ਵੀ, ਨਹੀਂ ਤੇ ਬੱਚੇ ਦਾ ਸੁਭਾਅ ਹੁੰਦਾ ਚੰਚਲ, ਆ ਰੌਲਾ ਪਾਈ ਜਾਣਾ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣਦੇ ਐ, ਐਸੇ ਮਿੱਠੇ ਐ ਮੀਠੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਐਵੇਂ ਮਿੱਠੇ ਜਿਹੜੇ ਬਚਨ ਉਹ ਸੁਣ ਕੇ ਬੱਚੇ ਦੇ ਚੁੱਪੀ ਕਰ ਜਾਂਦੇ ਹੈ। ਹਿਤ ਤੇ ਤ੍ਰਿਪਤ ਨਾ ਚਿਤ ਬਿਖੈ। ਚਿੱਤ ਦੇ ਵਿੱਚ ਐਵੇਂ ਪ੍ਰੇਮ ਨਾਲ ਉਹ ਬਚਨ ਸੁਣ ਰਹੇ ਐ, ਸੁਣਦੇ ਸੁਣਦੇ ਰੱਜਦੇ ਨਹੀਂ ਐ। ਇੰਨਾ ਜੀ ਕਰਦਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਕਥਾ ਕਰੀ ਜਾਣ ਤੇ ਅਸੀਂ ਸੁਣੀ ਜਾਈਏ। ਚਾਹੈ ਚੌਪ ਵਿਸਾਲ। ਸਗੋਂ ਦੂਣੀ ਚਾਹਨਾ ਇੱਛਾ ਕਰਦੇ ਐ ਵੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਇਹ ਰਾਤ ਦੇਣੀ ਪਰਮੇਸ਼ਰ ਦੇ ਸਿਮਰਨ ਭਗਤੀ ਵਾਲੀਆਂ ਕਥਾ ਸੁਣਾਈ ਜਾਣ, ਅਸੀਂ ਸੁਣੀ ਜਾਈਏ। ਉਹ ਸਾਧ ਸੰਗਤ ਜੋ ਬੱਚੇ ਨਹੀਂ ਐ, ਉਹ ਵੀ ਪਰਮੇਸ਼ਰ ਦੇ ਭਗਤੀ ਹੈ, ਗੁਰੂ ਪਰਮਾਤਮਾ ਹੈ ਤੇ ਉਹ ਬੱਚੇ ਜਿਹੜੇ ਸਾਰੇ ਭਗਤੀ ਹੈ। ਜੋ ਪਈ ਜਿਹੀ ਕਮਾਨ ਬਚਨ ਜੋ ਬਾਨਾ। ਜੀਹ ਕਮਾਨ, ਐਵੇਂ ਗੁਰੂ ਜੀ ਦੀ ਜਿਹੜੀ ਰਸਨਾ ਹੈ ਉਹ ਤੇ ਹੈ ਕਮਾਨ, ਜਿਵੇਂ ਤੀਰ ਕਮਾਨ ਹੁੰਦਾ ਹੈ, ਰਸਨਾ ਕਮਾਨ ਹੈ। ਬਚਨ ਜਿਹੜੇ ਗੁਰੂ ਜੀ ਦੇ ਉਹ ਤੀਰਾਂ ਵਾਂਗ ਹਨ। ਮਦਰਾਈ ਮਦ ਭਲਕ ਸਮਾਨਾ। ਜਿਹੜੀ ਉਹਨਾਂ ਤੀਰਾਂ ਰੂਪੀ ਬਚਨਾਂ ਵਿੱਚ ਮਿਠਾਸ ਹੈ, ਮਿੱਠੀ ਆਵਾਜ਼ ਹੈ, ਮਿੱਠਾ ਰਸ ਹੈ, ਉਹ ਭਲਕ ਸਮਾਨਾ ਹੈ। ਉਹ ਜਿਹੜੀ ਬਾਗੜ ਜੀ ਹੁੰਦੀ ਨਾ, ਤੀਰ ਦੇ ਪਿੱਛੇ ਆਪਣੇ ਸੇ ਤੀਰ ਪਏ ਹੋਏ ਵੇਖ ਲਓ, ਆੜਾ ਪਿਛਲੇ ਪਾਸੇ ਗੋਲ ਜਿਹਾ ਹੁੰਦਾ ਹੈ ਬਾਗੜ ਜੀ, ਉਹਨੂੰ ਭਲਕ ਕਹੀਦਾ ਹੈ। ਐਵੇਂ ਮਹਾਰਾਜ ਜੀ ਦੇ ਜਿਹੜੇ ਮਿਠਾਸ ਹੈ ਤੀਰਾਂ ਰੂਪੀ ਬਚਨਾਂ ਵਿੱਚ, ਉਹ ਬਾਗੜ ਸਮਾਨ ਜਾਂ ਚਿੱਲੇ ਸਮਾਨ ਹੈ। ਤੀਖਨ ਕਰੇ ਸਾਨ ਚਤਰਾਈ। ਜਿਹੜੇ ਉਹਨਾਂ ਬਚਨਾਂ ਵਿੱਚ ਆ ਚਾਤਰਤਾ ਸਿਆਣਪ ਹੈ, ਉਹ ਸਿਆਣਪ ਦੀ ਚਾਤਰਤਾ ਰੂਪੀ ਸਾਨ ਦੇ ਉੱਪਰ ਉਹ ਬਚਨਾਂ ਰੂਪੀ ਤੀਰ ਤਿੱਖੇ ਕੀਤੇ ਐ। ਨਾਨਾ ਉਕਤਨ ਪੰਖ ਸਹਾਈ। ਜਿਹੜੀਆਂ ਉਹ ਬਚਨਾਂ ਵਿੱਚ ਨਾਨਾ ਤਰ੍ਹਾਂ ਦੀਆਂ ਉਗਤੀਆਂ ਜੁਗਤੀਆਂ ਐ, ਉਹ ਜਿਵੇਂ ਤੀਰ ਦੇ ਪੰਖ ਹੁੰਦੇ ਐ, ਜਿਨ੍ਹਾਂ ਕਰਕੇ ਤੀਰ ਸਿੱਧਾ ਜਾਂਦਾ ਹੈ, ਇੱਧਰ ਉੱਧਰ ਨਹੀਂ ਜਾਂਦਾ। ਉਹ ਮਾਨੋ ਉਹ ਪੰਖ ਸੋਭਨੀਕ ਹੋ ਰਹੇ, ਜਿਹੜੀਆਂ ਨਾਨਾ ਪ੍ਰਕਾਰ ਦੀਆਂ ਆ ਬਚਨਾਂ ਰੂਪੀ ਤੀਰਾਂ ਵਿੱਚ ਜੁਗਤੀਆਂ ਹਨ। ਬਾਲ ਬਰਿੰਦ ਹਿਰਦਾ ਲਛ ਭੇਦਾ। ਉਹ ਜਿਹੜੇ ਬੱਚੇ ਗੁਰੂ ਜੀ ਦੇ ਬਚਨ ਸੁਣ ਰਹੇ ਸੀ, ਉਹਦੇ ਸਮੂਹ ਬੱਚਿਆਂ ਦੇ ਜਿਹੜੇ ਹਿਰਦੇ ਮਾਨੋ ਉਹ ਲਛਕ ਇਹ ਨਿਸ਼ਾਨਾ ਹੈ, ਉਹ ਨਿਸ਼ਾਨਾ ਹਿਰਦਾ ਰੂਪੀ ਜਿਹੜਾ ਨਿਸ਼ਾਨਾ ਤੇ ਵਿੰਨਿਆ ਗਿਆ ਹੈ।
ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਇ ਗਿਰ ਪਰਿਆ, ਪਰਾ ਕਰੇਜੇ ਛੇਕ। ਸਤਿਗੁਰੂ ਕੀ ਹੈ? ਸੂਰਮੇ ਹੈ। ਤੇ ਜਿਹੜੇ ਗੁਰੂ ਦੇ ਬਚਨ ਹੈ, ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ, ਇੱਕ ਜਿਹੜਾ ਬਚਨਾ ਰੂਪੀ ਤੀਰ ਗੁਰੂ ਜੀ ਮਾਰ ਦਿੰਦੇ ਹੈ, ਉਹ ਲਾਗਤ ਹੀ ਭੋਇ ਗਿਰ ਪਰਿਆ। ਜਿਹੜੇ ਸ਼ਰਧਾ ਵਾਲੇ ਸਿੱਖ ਹੈ ਨਾ, ਉੱਥੇ ਗਿਰ ਪੈਂਦੇ ਆ, ਉਹਨਾਂ ਦੇ ਕਲੇਜੇ 'ਚ ਛੇਕ ਹੋ ਜਾਂਦਾ, ਉਹਨਾਂ ਨੂੰ ਗੱਲ ਨਹੀਂ ਆਉਂਦੀ ਬਾਅਦ ਵਿੱਚ, ਉਹਦੇ ਵਿੰਨੇ ਜਾਂਦੇ ਗੁਰੂ ਦੇ ਬਚਨਾਂ ਨਾਲ। ਇਵੇਂ ਜਿਹੜੇ ਬਾਲਕ ਹੈ ਨਾ, ਛੋਟੇ ਛੋਟੇ ਬੱਚੇ, ਗੁਰੂ ਮਹਾਰਾਜ ਦੇ ਬਚਨਾਂ ਰੂਪੀ ਜਿਹੜੇ ਤੀਰ ਦੇ ਨਾਲ ਉਹਨਾਂ ਦੇ ਹਿਰਦੇ ਰੂਪੀ ਜਿਹੜੇ ਨਿਸ਼ਾਨੇ ਹੈ, ਉਹ ਵਿੰਨੇ ਗਏ ਹੈ। ਭਏ ਲਟੂਹਾ ਹੋਏ ਅਖੇਦਾ, ਇਵੇਂ ਬਚਨਾਂ ਤੇ ਮੋਹਿਤ ਹੋ ਗਏ ਹੈ ਤੇ ਦੁੱਖਾਂ ਤੋਂ ਰਹਿਤ ਹੋ ਰਹੇ ਹੈ। ਤਜ ਕਰ ਸੰਗ ਸਦਨ ਨਹਿ ਜਾਵਹਿ, ਗੁਰੂ ਸਾਹਿਬ ਜੀ ਨਾਲ ਇੰਨਾ ਮੋਹ ਪ੍ਰੇਮ ਹੋ ਗਿਆ ਹੈ, ਕਹਿੰਦੇ ਉਹ ਘਰ ਹੀ ਨਹੀਂ ਜਾਂਦੇ, ਗੁਰੂ ਦਾ ਸਾਥ ਹੀ ਨਹੀਂ ਛੱਡਦੇ। ਮਾਤ ਪਿਤਾ ਤਬ ਆਨ ਬੁਲਾਵਹਿ, ਮਾਤਾ ਪਿਤਾ ਤਦੋਂ ਆਣ ਕੇ ਬੁਲਾਉਂਦੇ, ਪੁੱਤਰ ਜੀ ਆ ਰਾਤ ਹੋ ਗਈ ਹੈ, ਹੁਣ ਤੇ ਪੁੱਤਰ ਘਰ ਆ ਜਾਓ ਤੁਸੀਂ। ਕਹਿ ਕਰ ਲੈ ਜਾਵਹਿ ਬਰਿਆਈ, ਐਵੇਂ ਉਹ ਵਿਚਾਰੇ ਨਿਆਣੇ ਜਾਂਦੇ ਨਹੀਂ ਹੈ, ਉਹ ਬੱਚੇ ਜਾਂਦੇ ਨਹੀਂ ਗੁਰੂ ਦਾ ਸਾਥ ਛੱਡ ਕੇ। ਤੇ ਜਿਹੜੇ ਮਾਂ ਪਿਓ ਆਉਂਦੇ ਆ, ਮੱਲੋ ਮੱਲੀ ਢਿੰਗੋ ਜੋਰੀ ਫੜ ਫੜ ਕੇ ਨਾ ਬੱਚਿਆਂ ਨੂੰ ਹੱਥਾਂ ਤੋਂ ਘਰ ਲੈ ਕੇ ਜਾਂਦੇ ਆ। ਉਹ ਬੱਚੇ ਵਿਚਾਰੇ ਰੋਂਦੇ ਆ, ਕਹਿੰਦੇ ਅਸੀਂ ਨਹੀਂ ਜਾਣਾ। ਤਜ ਨਹਿ ਸਕਈ ਮਨ ਬਿਰਮਾਈ, ਉਹ ਇਹਨਾਂ ਦਾ ਐਸਾ ਮਨ ਮੋਇਆ ਹੈ, ਉਹ ਛੱਡ ਹੀ ਨਹੀਂ ਸਕਦੇ। ਉਹ ਵਿਚਾਰੇ ਰੋਂਦੇ ਆ, ਮਾਂ ਪਿਓ ਧੂ ਕੇ ਖੜਦੇ ਆ। ਉਹਦੇ ਗੁਰੂ ਸਾਹਿਬ ਜੀ ਦਾ ਆਵੇ ਸਰੂਪ ਵੇਖੀ ਜਾਈਏ, ਇਵੇਂ ਮੋਏ ਪਏ ਹਨ। ਰੋਚਰ ਬਚਨ ਕੀ ਰੋਚ ਅਦਕਾਈ, ਸਤਿਗੁਰੂ ਜੀ ਦੇ ਸੁੰਦਰ ਬਚਨਾਂ ਦੀ ਉਹਨਾਂ ਅੰਦਰ ਆ ਰੁਚੀ ਬਹੁਤੀ ਆ ਜਾਗ ਰਹੀ ਹੈ। ਸੁਨ ਸੁਨ ਪੋਨਾ ਮਨ ਹੋਤ ਸਵਾਈ, ਸੁਣ ਕੇ ਉਹਨਾਂ ਦੇ ਜਿਹੜੇ ਮਨ ਵਿੱਚ ਰੁਚੀ ਦੂਣੀ ਸਵਾਈ ਹੋ ਰਹੀ ਹੈ ਵੀ ਸਤਿਗੁਰੂ ਜੀ ਦੇ ਬਚਨ ਸੁਣੀ ਜਾਈਏ। ਪਰਵੇਸ਼ਟ ਬਾਲਕ ਚਾਹ ਪਾਸਾ, ਜਦੋਂ ਗੁਰੂ ਸਾਹਿਬ ਜੀ ਆਪਣੇ ਘਰ ਵਿੱਚੋਂ ਬਾਹਰ ਆਉਂਦੇ ਐ, ਉਹ ਬਾਲਕ ਸਾਰੇ ਚਾਰ ਚੁਫੇਰਿਆ ਆਲਾ ਦੁਆਲਾ ਘੱਤ ਲੈਂਦੇ ਐ। ਪੁੰਨਵਾਨ ਜਿਨ ਕੇ ਅਗਨਾਸ਼ਾ, ਭਾਈ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਗੁਰੂ ਅੰਗਦ ਦੇਵ ਜੀ, ਆ ਜਿਨ੍ਹਾਂ ਬੱਚਿਆਂ ਦੇ ਪਾਪ ਨਾਸ ਹੋ ਗਏ ਤੇ ਪੁੰਨਾਂ ਵਾਲੇ ਵੱਡੇ ਪੁੰਨ ਕਮਾਏ ਹੋਏ ਉਹਨਾਂ ਬੱਚਿਆਂ ਨੇ। ਨਾਨਕ ਬੈਸ ਹੈ ਬੀਚ ਬਿਰਾਜ ਹੈ, ਗੁਰੂ ਨਾਨਕ ਸਾਹਿਬ ਜੀ ਜੋ ਪਰਮੇਸ਼ਰ ਹੈ, ਆਦਿ ਨਿਰੰਜਨ ਹੈ, ਗੁਰੂ ਨਾਨਕ ਉਹਨਾਂ ਬੱਚਿਆਂ ਦੇ ਆ ਵਿੱਚ ਬੈਠ ਜਾਂਦੇ, ਜਿਵੇਂ ਕੋਈ ਬੜਾ ਭਾਰੀ ਪੰਡਿਤ ਵਿਦਵਾਨ ਬੈਠ ਜਾਂਦਾ ਹੈ। ਬਾਚ ਸੁਣ ਜਿਨ ਹੈ ਸੋ ਧਰਮਾ ਲਾਜ ਹੈ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਆ ਜਿਹੜਾ ਇੰਦਰ ਦੇਵਤਾ ਉਹ ਵੀ ਸ਼ਰਮ ਕਰਦਾ ਹੈ, ਕਹਿੰਦਾ ਵੀ ਇਹੋ ਜੀ ਤੇ ਮੇਰੀ ਵੀ ਮੱਤ ਨਹੀਂ ਹੈ, ਪਰ ਉਹ ਕੀ ਜਾਣੇ ਵੀ ਇਹ ਤੇ ਪਰਮੇਸ਼ਰ ਆਪ ਹੈ। ਬਦਨ ਬਿਲੋਕ ਹੈ ਨਿਜ ਦਿਸ ਸੋ, ਉਹ ਬੱਚੇ ਜਿਹੜੇ ਆਲਾ ਦੁਆਲਾ ਘੱਤ ਕੇ ਬੈਠਦੇ ਐ, ਉਹ ਸਤਿਗੁਰ ਜੀ ਦਾ ਜਿਹੜਾ ਮੁਖ ਹੈ ਉਹ ਆਪਣੇ ਵਾਲੀ ਵੇਖਦੇ ਐ। ਘੱਤ ਦੇ ਉਹ ਦੁਆਲਾ ਹੈ, ਹੁਣ ਜਿਹੜਾ ਪਿੱਛੇ ਬੈਠਾ ਹੈ ਉਹਨੂੰ ਮੂੰਹ ਕਿਵੇਂ ਦਿਖੇ ਦੱਸੋ? ਜਿਵੇਂ ਹੁਣ ਆਪ ਜੀ ਪਿੱਛੇ ਬੈਠੇ ਹੋ, ਤੁਹਾਨੂੰ ਚਿਹਰਾ ਤੇ ਨਹੀਂ ਨਾ ਦਿਸ ਰਿਹਾ, ਪਰ ਉਹ ਜਿਹੜੇ ਬੱਚੇ ਕਹਿੰਦੇ ਬੈਠੇ ਦੇ ਆਲੇ ਦੁਆਲੇ ਐ, ਪਰ ਸਤਿਗੁਰ ਜੀ ਦਾ ਮੁਖ ਆਪੋ ਆਪਣੇ ਵੱਲ ਵੇਖਦੇ ਐ। ਲਖ ਹੈ ਕੰਡ ਕੋ ਨਹ ਤਹ ਸਿਸ ਸੋ, ਉੱਥੇ ਜਿਹੜੇ ਬੱਚੇ ਬੈਠੇ ਐ, ਕੋਈ ਨਹੀਂ ਇਹ ਵੇਖਦਾ ਜਾਣਦਾ ਵੀ ਗੁਰੂ ਜੀ ਦੀ ਪਿੱਠ ਮੇਰੇ ਵੱਲ ਹੈ, ਤੇ ਗੁਰੂ ਜੀ ਦੀ ਸ਼ਕਤੀ ਮਹਾਨ ਹੈ ਨਾ। ਉਹ ਬੱਚੇ ਜਿਹੜੇ ਬੈਠੇ ਹੋਏ, ਜਿਹੜੇ ਪਿੱਛੇ ਬੈਠੇ, ਉਹਨਾਂ ਨੂੰ ਵੀ ਗੁਰੂ ਜੀ ਦਾ ਮੁਖ ਦਿਖ ਰਿਹਾ ਹੈ। ਇਵੇਂ ਲੱਗਦਾ ਹੈ ਕਿ ਸਤਿਗੁਰੂ ਜੀ ਤੇ ਆ ਮੇਰੇ ਵੱਲ ਹੀ ਵੇਖ ਰਹੇ ਐ। ਸਭ ਮਨ ਜਾਣ ਹੈ ਮੁਝੇ ਸੁਨਾਵਹਿ, ਸਾਰੇ ਮਨ ਵਿੱਚ ਇਵੇਂ ਜਾਣਦੇ ਐ, ਆਲੇ ਦੁਆਲੇ ਬੈਠੇ ਹੋਏ, ਵੀ ਗੁਰੂ ਜੀ ਬਸ ਮੇਰੇ ਵੱਲ ਵੇਖ ਰਹੇ ਐ,
ਤੇ ਮੈਨੂੰ ਹੀ ਸਮਝਾ ਰਹੇ, ਮੇਰੇ ਵਾਸਤੇ ਹੀ ਇਹ ਕਥਾ ਕਰ ਰਹੇ ਹੈ। ਰੋਕ ਰਖੀਕ ਸੁਨਹਿ ਮਨ ਭਾਵਹਿ। ਇਵੇਂ ਬਹਿੰਦੇ ਆ ਸਾਵਧਾਨ ਹੋ ਕੇ, ਉਹ ਭਾਵੇਂ ਛੋਟੇ ਆ ਉਮਰਾਂ ਵਿੱਚੋਂ, ਕਹਿੰਦੇ ਇੰਦਰੀਆਂ ਨੂੰ ਰੋਕ ਕੇ। ਇੰਦਰੀਆਂ ਨੂੰ ਰੋਕਣਾ ਕੀ ਹੈ ਕਿ ਆ ਅੱਖਾਂ ਨਾਲ ਨਹੀਂ ਇੱਧਰ ਉੱਧਰ ਵੇਂਦੇ, ਕੰਨਾਂ ਨਾਲ ਬਾਹਰੀ ਆਵਾਜ਼ ਨਹੀਂ ਸੁਣਦੇ, ਤੇ ਇਵੇਂ ਇੰਦਰੀਆਂ ਸਾਰੀਆਂ ਨੂੰ ਨਾ ਰੋਕਿਆ ਹੋਇਆ ਹੈ। ਨਾ ਅੱਖਾਂ ਨਾਲ ਵੇਖਦੇ ਕੁਝ ਇੱਧਰ ਉੱਧਰ, ਨਾ ਕੰਨਾਂ ਨਾਲ ਬਾਹਰਲੀ ਆਵਾਜ਼ ਹੀ ਸੁਣਦੇ ਹੈ। ਇੰਦਰੀਆਂ ਨੂੰ ਰੋਕ ਕੇ ਗੁਰੂ ਦੇ ਬਚਨ ਸੁਣਦੇ, ਜਿਹੜੇ ਮਨ ਨੂੰ ਬੜੇ ਚੰਗੇ ਲੱਗਦੇ ਹੈ। ਦੋਹਰਾ ਮਿਲ ਬਾਲਕ ਸੋ ਖੇਲਤੇ। ਇਵੇਂ ਗੁਰੂ ਨਾਨਕ ਸਾਹਿਬ ਜੀ ਬੱਚਿਆਂ ਬਾਲਕਾਂ ਨਾਲ ਮਿਲ ਕੇ ਉਹ ਰਾਏ ਭੋਜ ਦੀ ਤਲਵੰਡੀ ਨੂੰ ਪਵਿੱਤਰ ਕਰਨ ਵਾਸਤੇ ਉਹ ਗਲੀਆਂ ਵਿੱਚ ਖੇਡਦੇ ਐ। ਚੱਲ ਆਏ ਨਿਜ ਧਾਮ। ਆਪਣੀ ਮੌਜ ਵਿੱਚ ਆ ਕੇ ਘਰ ਨੂੰ ਚੱਲ ਕੇ ਆ ਜਾਂਦੇ ਵਾਪਸ ਜਦੋਂ ਜੀ ਕਰਦਾ ਹੈ। ਅੰਨ ਖਾਏ ਕਰ ਮਾਤ ਤੇ। ਇਵੇਂ ਅੰਨ ਉਹ ਭੋਜਨ ਛਕ ਕੇ ਮਾਤਾ ਤ੍ਰਿਪਤਾ ਦੇਵੀ ਜੀ ਤੋਂ ਸੋਤੇ ਤਨ ਅਬਰਾਮ। ਜੋ ਬੜੇ ਸੁੰਦਰ ਸਰੀਰ ਵਾਲੇ ਹੈ, ਜਿਨ ਦਾ ਸਰੀਰ ਬੜਾ ਮਹਾਨ ਹੈ, ਗੁਰੂ ਸਾਹਿਬ ਜੀ ਦਾ ਪਵਿੱਤਰ ਆ ਕੇ ਆ ਬਿਰਾਜਮਾਨ ਹੋ ਗਏ ਹੈ। ਚੌਪਈ ਜਾਮ ਜਾਮਨੀ ਜਾਗਨ ਨੇਮਾ। ਇਹ ਤੇ ਸਤਿਗੁਰ ਜੀ ਦਾ ਜਾਗਣ ਦਾ ਨੇਮ ਹੀ ਹੈ ਕਿ ਜਦੋਂ ਪਹਿਰ ਰਾਤ ਰਹਿ ਜਾਂਦੀ ਹੈ, ਗੁਰੂ ਨਾਨਕ ਸਾਹਿਬ ਜੀ ਆ ਜਾਗ ਜਾਂਦੇ, ਉੱਠ ਪੈਂਦੇ ਐ। ਜਬ ਕਾ ਤਨਾ ਧਰ ਦਾਨੀ ਸ਼ੇਮਾ। ਕਵੀ ਸਾਹਿਬ ਜੀ ਕਹਿੰਦੇ ਜਦੋਂ ਦਾ ਗੁਰੂ ਜੀ ਨੇ ਸਰੀਰ ਧਾਰਿਆ ਨਾ, ਮੁਕਤੀ ਦਾਤੇ ਜੀ ਨੇ, ਕਹਿੰਦੇ ਉਦੋਂ ਦਾ ਹੀ ਗੁਰੂ ਨਾਨਕ ਸਾਹਿਬ ਜੀ ਪੈਰ ਰਾਤ ਰਹਿੰਦਿਆਂ ਉੱਠ ਪੈਂਦੇ ਐ। ਇਹ ਨਹੀਂ ਕਿ ਜਦੋਂ ਛੋਟੇ ਜਿਹੇ ਸੀ, ਅਵਤਾਰ ਹੋਇਆ ਸੀ ਤੇ ਗੁਰੂ ਸਾਹਿਬ ਜੀ ਉਦੋਂ ਨਹੀਂ ਸੀ ਉੱਠਦੇ। ਭਾਈ ਮਣੀ ਸਿੰਘ ਜੀ ਦੀ ਜਿਹੜੀ ਪੁਰਾਤਨ ਜਨਮ ਸਾਖੀ ਉਹਦੇ ਵਿੱਚ ਲਿਖਿਆ ਹੋਇਆ ਹੈ, ਜਦੋਂ ਗੁਰੂ ਜੀ ਦਾ ਪ੍ਰਕਾਸ਼ ਹੋ ਗਿਆ ਉਸ ਦਿਨ ਤੇ ਅੰਮ੍ਰਿਤ ਵੇਲੇ ਹੋਇਆ ਨਾ 12:30 ਵਜੇ ਪ੍ਰਕਾਸ਼, ਘਰ ਵਿੱਚ ਬੜੀਆਂ ਖੁਸ਼ੀਆਂ ਹੈ। ਦੂਸਰੇ ਦਿਨ ਤੋਂ ਹੀ ਉਸ ਦਿਨ ਤੋਂ ਹੀ, ਕਿਉਂਕਿ ਗੁਰੂ ਜੀ ਦਾ ਉਦੋਂ ਅਵਤਾਰ ਹੀ ਹੋਇਆ ਸੀ, ਤੇ ਗੁਰੂ ਸਾਹਿਬ ਜੀ ਰੋਜ਼ ਅੰਮ੍ਰਿਤ ਵੇਲੇ ਉੱਠ ਪੈਂਦੇ ਹੈ। ਉਹ ਸਾਖੀ ਵਿੱਚ ਲਿਖਿਆ ਹੋਇਆ। ਪਿਛਲੇ ਰਾਤ ਗੁਰੂ ਜੀ ਇਵੇਂ ਨੇਤਰ ਖੋਲ੍ਹ ਲੈਂਦੇ ਆ, ਮਾਤਾ ਤ੍ਰਿਪਤਾ ਦੇਵੀ ਜੀ, ਬਾਬਾ ਕਲਿਆਣ ਚੰਦ ਜੀ ਵੀ ਨਾਲ ਹੀ ਉੱਠ ਪੈਂਦੇ ਆ, ਨਾਲੇ ਆਪ ਇਸ਼ਨਾਨ ਕਰਦੇ, ਨਾਲੇ ਸਤਿਗੁਰਾਂ ਨੂੰ ਕਰਾਉਂਦੇ। ਜਦੋਂ ਕਿ ਸਿਆਲ ਦਾ ਸਮਾਂ ਸੀ, ਉਦੋਂ ਆ ਕੱਤਕ ਦੀ ਪੂਰਨਮਾਸ਼ੀ ਸੀ, ਠੰਡ ਸੀ ਉਦੋਂ, ਤੇ ਗੁਰੂ ਸਾਹਿਬ ਜੀ ਉੱਠ ਪੈਂਦੇ ਆ ਅੰਮ੍ਰਿਤ ਵੇਲੇ। ਤੇ ਮਹਾਰਾਜ ਨੇ ਕਿਹੜਾ ਕਿਸੇ ਕੋਲ ਨਾਮ ਲੈਣਾ ਹੈ, ਗੁਰੂ ਤੇ ਨਾਮ ਅੰਦਰ ਕਹਿੰਦੇ ਪ੍ਰਾਣ ਰੋਕ ਕੇ ਇਵੇਂ ਜਦੋਂ ਆ ਮੌਜ ਵਿੱਚ ਆਉਂਦੇ ਹੱਸਣ ਲੱਗ ਪੈਂਦੇ ਹੈ। ਜਦੋਂ ਆ ਸ਼ਾਂਤ ਹੋ ਜਾਂਦੇ ਤੇ ਫਿਰ ਉਹ ਸਿਮਰਨ ਕਰੀ ਜਾਂਦੇ ਹੈ। ਮਾਤਾ ਜੀ ਜਦੋਂ ਆ ਦੁੱਧ ਪਿਲਾ ਦਿੰਦੇ ਹੈ, ਭੰਗੂੜੇ ਵਿੱਚ ਪਾਉਂਦੇ ਹੈ, ਤੇ ਗੁਰੂ ਨਾਨਕ ਸਾਹਿਬ ਜੀ ਪ੍ਰਾਣਾਂ ਨੂੰ ਰੋਕ ਕੇ ਤੇ ਵਾਹਿਗੁਰੂ ਦਾ ਸਿਮਰਨ ਕਰੀ ਜਾਂਦੇ, ਸਮਾਧੀ ਲੱਗ ਜਾਂਦੀ ਭੰਗੂੜੇ ਦੇ ਵਿੱਚ ਹੀ। 1 ਸਾਲ ਦੇ ਜਦੋਂ ਹੋਏ ਆ ਬੈਠਣ ਲੱਗੇ ਆ ਪਿੱਠ ਭਾਰ, ਉਦੋਂ ਕਹਿੰਦੇ ਪ੍ਰਾਣਾਂ ਦੇ ਵਿੱਚ ਹੀ ਵਾਹਿਗੁਰੂ ਮੰਤਰ ਜਪੀ ਜਾਂਦੇ। ਜਦੋਂ 1.5 ਸਾਲ ਦੇ ਹੋ ਕੇ ਥੋੜ੍ਹਾ ਬੋਲਣਾ ਸਿੱਖਿਆ, ਪਹਿਲਾ ਸ਼ਬਦ ਜਦੋਂ ਉਚਾਰਿਆ ਗੁਰੂ ਸਾਹਿਬ ਜੀ ਨੇ ਤੇ ਮੁੱਖੋਂ ਵਾਹਿਗੁਰੂ ਹੀ ਕਿਹਾ ਹੈ, ਹੋਰ ਕੋਈ ਮੰਮੀ ਪਾਪਾ ਨਹੀਂ ਕਿਹਾ ਸਾਡੇ ਵਾਂਗ, ਮੁੱਖੋਂ ਵਾਹਿਗੁਰੂ ਸ਼ਬਦ ਦੀ ਆਵਾਜ਼ ਕੀਤੀ। ਇਵੇਂ ਗੁਰੂ ਨਾਨਕ ਸਾਹਿਬ ਜੀ ਜੋ ਮਹਾਨ ਪਰਮੇਸ਼ਰ ਹੈ, ਕੋਈ ਗੁਰੂ ਜੀ ਨੇ ਕਿਹੜਾ ਮੰਤਰ ਲੈਣਾ ਹੈ ਜਾਂ ਕਿਸੇ ਕੋਲ ਸਿੱਖਿਆ ਲੈਣੀ ਹੈ, ਕਿਹੜਾ ਗੁਰੂ ਜੀ ਨੇ ਕਿਸੇ ਕੋ ਪੜ੍ਹਨਾ ਹੈ, ਗੁਰੂ ਜੀ ਦੇ ਪਹਿਲਾਂ ਪੜ੍ਹੇ ਪੜ੍ਹਾਏ ਹੈ। ਤੇ ਵਾਹਿਗੁਰੂ ਇਵੇਂ ਨਾਮ ਜਪਣ ਲੱਗ ਪਏ, ਪਹਿਲੀ ਵਾਰ ਹੀ ਸ਼ਬਦ ਵਾਹਿਗੁਰੂ ਦਾ ਲਿਆ ਸੀ। ਇੱਥੇ ਕਵੀ ਸਾਹਿਬ ਜੀ ਕਹਿ ਰਹੇ, ਜਿਸ ਵਕਤ ਦਾ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਨੇ ਧਰਤੀ 'ਤੇ ਇਹ ਸਰੀਰ ਧਾਰਨ ਕੀਤਾ, ਪਿਛਲੇ ਰਾਤ ਜਾਗ ਪੈਂਦੇ ਸਨ। ਪੌਰ ਭਾਈ ਕੀਨੋ ਇਸ਼ਨਾਨਾ। ਇਵੇਂ ਉੱਠੇ ਅੰਮ੍ਰਿਤ ਵੇਲੇ ਆ ਸਿਮਰਨ ਕੀਤਾ। ਕਿਸ ਨੂੰ ਦੱਸਣ ਦੀ ਜ਼ਰੂਰਤ ਨਹੀਂ ਗੁਰੂ ਜੀ ਨੇ ਵੀ ਅਸੀਂ ਸਿਮਰਨ ਕਰਨ ਲੱਗੇ ਹਾਂ। ਉਹਦੇ ਬਾਲਕ ਸੀ, ਆਪਣੀ ਮੌਜ ਵਿੱਚ ਭੇਦ ਨਹੀਂ ਸੀ ਦਿੰਦੇ। ਸਿਮਰਨ ਕਰ ਲਿਆ ਹੈ, ਆ ਸਵੇਰ ਹੋਈ ਹੈ। ਪਟ ਪਿੱਛੇ ਪੜ
ਭੌਰ ਪਈ ਕੀਨੋ ਇਸ਼ਨਾਨਾ। ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ ਹੈ। ਪਟ ਪਹਿਰੇ ਸੁੰਦਰ ਬਿਦ ਨਾਨਾ। ਇਵੇਂ ਮਾਤਾ ਜੀ ਪਾਸੋਂ ਆ ਜਿਹੜੇ ਨਾਨਾ ਤਰ੍ਹਾਂ ਦੇ ਜਿਹੜੇ ਸੁੰਦਰ ਵਸਤਰ ਹੈ ਉਹ ਪਹਿਣੇ ਹੈ ਸਰੀਰ ਤੇ। ਦਿਵਸ ਚਰੇ ਕਾਲੂ ਗਹਿ ਹਾਥਾ। ਦਿਨ ਚੜਿਆ ਹੈ, ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਆਪਣੇ ਹੱਥ ਵਿੱਚ ਫੜਿਆ ਹੈ। ਲੈ ਚਟਸਾਰ ਚਲਿਓ ਨਿਜ ਸਾਥਾ। ਆਪਣੇ ਨਾਲ ਜਿੱਥੇ ਗੋਪਾਲ ਪਾਂਧੇ ਦੀ ਪਾਠਸ਼ਾਲਾ ਹੈ ਉਧਰ ਨੂੰ ਲੈ ਚੱਲੇ ਐ। ਪਾਂਦੇ ਸੋ ਬੋਲਿਓ ਹਿਤ ਧਰ ਕੇ। ਗੋਪਾਲ ਪਾਂਧੇ ਨੂੰ ਬੜਾ ਪ੍ਰੇਮ ਧਰ ਕੇ, ਬੜੇ ਪ੍ਰੇਮ ਨਾਲ ਹੀ ਬਾਬਾ ਜੀ ਬੋਲੇ ਐ। ਦੇਹੋ ਪੜਾਏ ਹਿਰਦੇ ਰੁਚ ਕਰਕੇ। ਕਿਆ ਹੈ ਕਿ ਗੋਪਾਲ ਪਾਂਧਾ ਜੀ ਤੁਸੀਂ ਬੜੇ ਸਿਆਣੇ ਹੋ, ਰੁਚੀ ਕਰਕੇ, ਪ੍ਰੇਮ ਕਰਕੇ, ਧਿਆਨ ਕਰਕੇ ਸਾਡੇ ਸੁਪੁੱਤਰ ਨਾਨਕ ਜੀ ਨੂੰ ਪੜ੍ਹਾ ਦਿਓ। ਸੁਣ ਬੋਲਿਓ ਮਨ ਸੋ ਕਰ ਬੰਦਨਾ। ਇਦੋਂ ਗੋਪਾਲ ਪੰਥ ਨੇ ਤੋਂ ਉਪਦੇਸ਼ ਲਿਆ, ਬ੍ਰਹਮ ਗਿਆਨੀ ਬਣ ਗਿਆ। ਕਹਿੰਦੇ ਸੁਣ ਕੇ ਮਨ ਦੇ ਵਿੱਚ ਹੀ ਬੰਦਨਾ ਕਰ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੂੰ। ਵੀ ਪਿਤਾ ਸਾਹਮਣੇ ਮੱਥਾ ਨਹੀਂ ਟੇਕਿਆ, ਚਰਨਾਂ ਨੂੰ ਹੱਥ ਨਹੀਂ ਲਾਇਆ। ਵੀ ਕਲਿਆਣ ਚੰਦ ਕਹੂਗਾ ਵੀ ਇਹ ਕੀ ਕਰਨ ਲੱਗ ਪਿਆ ਹੈ। ਤੇ ਮਨ ਦੇ ਵਿੱਚ ਹੀ ਬੰਦਨਾ ਕਰਕੇ ਤੇ ਬਾਬਾ ਕਲਿਆਣ ਚੰਦ ਦੇ ਬਚਨ ਸੁਣ ਕੇ ਬੋਲਿਆ ਹੈ। ਵਿਦਿਆ ਨਿਪੁੰਨੰ ਕੁਮਤ ਨਿਕੰਦਨਾ। ਕਹਿਣ ਲੱਗਾ ਗੋਪਾਏ ਕਾਲੂ ਜੀ, ਇਹ ਜਿਹੜਾ ਤੁਹਾਡਾ ਪੁੱਤਰ ਹੈ ਨਾ, ਇਹਦੇ ਖੋਟੀ ਮੱਤ ਨੂੰ ਕੱਟਣ ਵਾਲਾ ਹੈ। ਤੇ ਆਪ ਜੀ ਦਾ ਇਹ ਬੱਚਾ ਜਿਹੜਾ ਨਾਨਕ ਹੈ, ਇਹਦੇ ਮਹਾਨ ਵਿਦਿਆ ਵਿੱਚੋਂ ਸਿਆਣੇ ਹੈ। ਸਭ ਪ੍ਰਕਾਰ ਦੀ ਵਿਦਿਆ ਇਹਨਾਂ ਨੇ ਪੜ੍ਹੀ ਹੋਈ ਹੈ। ਇਸ ਤੇ ਅਧਿਕ ਜੋ ਹੋਏ ਪੜਾਵੇ। ਇਹ ਕਲਿਆਣ ਚੰਦ ਜੀ ਜੇ ਇਹਨਾਂ ਤੋਂ ਕੋਈ ਵੱਧ ਪੜ੍ਹਿਆ ਹੋਵੇ ਤਾਂ ਹੀ ਪੜ੍ਹਾਵੇ ਨਾ ਇਹਨਾਂ ਨੂੰ। ਇਹ ਤੇ 14 ਪ੍ਰਕਾਰ ਦੀ ਵਿਦਿਆ ਜਿਹੜੀ ਹੈ ਮਹਾਨ ਜਿਹੜੀ ਕਹੀ ਹੋਈ ਹੈ, ਉਹ ਤੇ ਇਹਨਾਂ ਵਿੱਚੋਂ ਹੀ ਪ੍ਰਗਟ ਹੋਈ ਹੈ। ਤੇ ਜੇ ਤੇ ਇਹਨਾਂ ਤੋਂ ਵੱਧ ਮੈਂ ਪੜ੍ਹਿਆ ਹੋਵਾਂ ਤਾਂ ਹੀ ਪੜ੍ਹਾਵਾਂ। ਜਗਤ ਮਾਹੈ ਸਮ ਕੋ ਨਾ ਦਿਸਾਵੈ। ਜਗਤ ਮਾਹੈ ਸਮ ਕੋ ਨਾ ਦਿਸਾਵੈ। ਮੈਂ ਤੇ ਇੱਧਰ ਉੱਧਰ ਝਾਤੀ ਮਾਰ ਕੇ ਦੇਖ ਲਿਆ ਹੈ, ਜਗਤ ਵਿੱਚ ਮੈਨੂੰ ਤੇ ਕੋਈ ਨਹੀਂ ਇਹਨਾਂ ਦੇ ਬਰਾਬਰ ਦਾ ਦਿਸਦਾ। ਦੋਹਰਾ ਸੁਤ ਕੋ ਸੁਤ ਨਹ ਜਾਣਿਓ। ਕਿਆ ਹੈ ਕਲਿਆਣ ਚੰਦ ਜੀ, ਆਪਣੇ ਪੁੱਤਰ ਨੂੰ ਵੇਖੋ ਕਿਤੇ ਸਾਰੀ ਉਮਰ ਪੁੱਤਰ ਹੀ ਨਾ ਸਮਝਦੇ ਰਹਿਓ। ਹੈ ਕਹੇ ਕੋ ਅਵਤਾਰ। ਮੈਂ ਤੁਹਾਨੂੰ ਸੱਚ ਕਹਿਣਾ, ਇਹ ਤੇ ਕਿਸੇ ਨਾ ਕਿਸੇ ਦਾ ਅਵਤਾਰ ਹੈ ਤੁਹਾਡੇ ਘਰ। ਬਿਨਾ ਪੜ੍ਹੇ ਹੀ ਪੜ ਰਹੇ ਹੋ। ਉਹ ਇਹਨਾਂ ਨੂੰ ਕੀ ਪੜ੍ਹਾਈਏ, ਤੇ ਬਿਨਾ ਪੜ੍ਹੇ ਜਾਂ ਪੜ੍ਹ ਰਹੇ ਐ। ਇਹਨਾਂ ਦੇ ਅੰਦਰ ਤੇ ਸਭ ਪ੍ਰਕਾਰ ਦੀ ਪੜ੍ਹਾਈ ਪਹਿਲਾਂ ਹੀ ਚੱਲ ਰਹੀ ਹੈ। ਸਭਨ ਪੜਾਵਨ ਹਾਰ। ਓਏ ਤੇ ਸਾਰਿਆਂ ਨੂੰ ਪੜਾਉਣ ਵਾਲੇ ਐ ਕਲਿਆਣ ਚੰਦ। ਮੈਂ ਇਹਨਾਂ ਨੂੰ ਕਿੱਥੋਂ ਪੜ੍ਹਾ ਸਕਦਾ, ਮੈਂ ਤੇ ਆਪ ਇਹਨਾਂ ਤੋਂ ਪੜ੍ਹਿਆ ਹਾਂ। ਇਵੇਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਸਾਧ ਸੰਗਤ ਜੀ ਕਹਿੰਦੇ ਇੱਕ ਸੰਮੇਲਨ ਹੋਇਆ ਸੀ ਸੰਤ ਮਹੰਤਾਂ ਦਾ। ਉੱਥੇ ਸਾਰੇ ਸੰਤ ਇਕੱਠੇ ਹੋਏ ਸੀ। ਉਹ ਇੱਕ ਵਿੱਚੋਂ ਕਹਿਣ ਲੱਗਾ ਬ੍ਰਾਹਮਣ, ਕਹਿੰਦਾ ਕਿ ਜੋ ਗੁਰੂ ਨਾਨਕ ਸਾਹਿਬ ਆਦਿਕ ਗੁਰੂ ਹੋਏ हैं, ये तो अनपढ़ लोग थे, पढ़े नहीं थे बहुते। ਉਹ ਜਿਹੜੇ ਤਤ ਬੇਤੇ ਮਹਾਂਪੁਰਸ਼ ਉਹ ਕਹਿਣ ਲੱਗੇ, ਕਹਿੰਦੇ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਗੁਰੂ ਸਾਹਿਬ ਜੀ ਪੜ੍ਹੇ ਨਹੀਂ ਹੈ। ਉਹ ਤੇ ਸਭ ਪ੍ਰਕਾਰ ਦੀ ਵਿਦਿਆ ਪੜ੍ਹੀ ਹੋਈ ਹੈ। ਉਹਨਾਂ ਦੇ ਅੰਦਰੋਂ ਵਿਦਿਆ ਪ੍ਰਗਟ ਹੋਈ ਹੈ। ਉਹ ਸਭ ਤਰ੍ਹਾਂ ਨਾਲ ਪੜ੍ਹੇ ਹੋਏ ਆ, ਇਹ ਤੁਸੀਂ ਕਿਵੇਂ ਕਹਿ ਦਿੱਤਾ ਹੈ। ਉਹ ਫਿਰ ਸੁਣ ਕੇ ਕਹਿੰਦਾ ਵੀ ਨਹੀਂ, ਕੁਝ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੋ ਥੇ ਉਹ ਅਨਪੜ੍ਹ ਲੋਕ ਥੇ। ਉਹ ਮਹਾਂਪੁਰਸ਼ ਸਮਦਰਸ਼ੀ ਸੀ, ਤਤ ਬੇਤੇ ਸੀ। ਕਹਿੰਦੇ ਵੀ ਸਾਨੂੰ ਇਹ ਜਿਹੜਾ ਤੁਸੀਂ ਇਹ ਗੱਲ ਕਹੀ ਹੈ ਇਹਦਾ ਕੋਈ ਸਮਾਂ ਦਿਓ, ਤੁਹਾਨੂੰ ਉੱਤਰ ਦੇਣਾ ਹੈ। ਕਹਿੰਦੇ ਵੀ ਹਾਂਜੀ ਦੱਸੋ। ਉਹ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਪੜ੍ਹੇ ਨਹੀਂ ਹੈ, ਇਹ ਤਾਂ ਤੁਸੀਂ ਕਹਿ ਦਿੱਤਾ। ਤੁਸੀਂ ਦੱਸੋ ਕਿ ਜਿਹੜੇ
ਬ੍ਰਹਮਾ ਜੀ ਹੈ ਕਿਹੜੇ ਕਾਲਜ ਵਿੱਚ ਪੜ੍ਹੇ ਹੋਏ ਹੈ, ਜਿਨ੍ਹਾਂ ਨੇ 4 ਵੇਦ ਉਚਾਰਨ ਕੀਤੇ ਨਾ ਕਿੱਥੇ ਪੜ੍ਹਾਈ ਕੀਤੀ ਤੁਸੀਂ ਦੱਸੋ। ਫਿਰ ਆ ਵਿਸ਼ਨੂੰ ਭਗਵਾਨ ਹੈ ਕਿਹੜੀ ਯੂਨੀਵਰਸਿਟੀ 'ਚ ਪੜ੍ਹੇ ਦੱਸੋ। ਸ਼ਿਵ ਜੀ ਹੈ ਜਿਨ੍ਹਾਂ ਨੂੰ ਤੁਸੀਂ ਕਲਿਆਣ ਸਰੂਪ ਕਹਿੰਦੇ ਆ, ਕਿਹੜੇ ਉਹ ਸਕੂਲ ਕਾਲਜ 'ਚ ਪੜ੍ਹਾਈ ਕੀਤੀ ਉਹਨਾਂ ਨੇ। ਜੇ ਤੁਸੀਂ ਉਹਨਾਂ ਨੂੰ ਮੰਨਦੇ ਵੀ ਆਪਣੇ ਆਪ ਪੜ੍ਹੇ ਹੋਏ ਆ, ਤੇ ਫਿਰ ਤੂੰ ਕਿਵੇਂ ਕਹਿ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਨਹੀਂ ਪੜ੍ਹੇ ਹੋਏ। ਜਾਂ ਤਾਂ ਫਿਰ ਤੂੰ ਆ ਵਿਸ਼ਨੂੰ ਬ੍ਰਹਮਾ ਸ਼ਿਵ ਜੀ ਇਹਨਾਂ 3 ਦੇਵਤੇ ਜਿਹੜੇ ਹੈ ਇਹਨਾਂ ਨੂੰ ਵੀ ਕਹਿ ਦੇ ਵੀ ਇਹ ਵੀ ਨਹੀਂ ਪੜ੍ਹੇ, ਵੀ ਕਿਸੇ ਕੋਲ ਪੜ੍ਹ ਕੇ ਆਏ ਹੈ, ਜਾਂ ਅਨਪੜ੍ਹ ਕਹਿ ਦੇ ਇਹਨਾਂ ਨੂੰ। ਉਹ ਸੁਣ ਕੇ ਤੇ ਫਿਰ ਉਹ ਨਰੁੱਤਰ ਹੋ ਗਿਆ, ਫਿਰ ਕੋਈ ਗੱਲ ਨਾ ਆਵੇ। ਕਹਿੰਦੇ ਜਿਹੜੇ ਅਵਤਾਰ ਹੁੰਦੇ ਹੈ ਉਹਨਾਂ ਨੂੰ ਕਿਤੇ ਪੜ੍ਹਨ ਦੀ ਜ਼ਰੂਰਤ ਨਹੀਂ ਹੁੰਦੀ, ਉਹ ਤਾਂ ਪੜ੍ਹ ਹੀ ਰਹੇ ਹੈ। ਸਾਰੀ ਨਾਲ ਜਿਹੜੀ ਪੜ੍ਹਾਈ ਹੈ ਉਹਨਾਂ ਦੇ ਵਿੱਚੋਂ ਹੀ ਤਾਂ ਪੈਦਾ ਹੋਈ ਹੈ। ਤੁਸੀਂ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਅਨਪੜ੍ਹ ਲੋਕ ਇੱਥੇ। ਫਿਰ ਉਹ ਬ੍ਰਾਹਮਣ ਬੜਾ ਸ਼ਰਮਿੰਦਾ ਹੋਇਆ। ਇਸੇ ਤਰ੍ਹਾਂ ਹੀ ਜਿਹੜੇ ਹੁਣ ਲੋਕ ਬਹੁਤੇ ਪੜ੍ਹੇ ਲਿਖੇ ਆ, ਬਹੁਤੇ ਟੀਚਰਾਂ ਦਾ ਵੀ ਇਹੋ ਬਚਨ ਹੁੰਦਾ ਹੈ ਮੁੱਖ ਤੋਂ, ਉਹ ਪਾਠ ਤਾਂ ਤੁਸੀਂ ਕਰਦੇ ਰਹਿਣਾ, ਸਕੂਲ ਦੀ ਪੜ੍ਹਾਈ ਪੜ੍ਹੋ। ਜੇ ਤੁਸੀਂ ਇਹ ਨਹੀਂ ਪੜ੍ਹੀ ਤਾਂ ਤੁਹਾਡਾ ਕਿਤੇ ਗੁਰਦੁਆਰੇ ਵੀ ਗਿਆ ਕੰਮ ਨਹੀਂ ਹੈ। ਸਾਰੀਆਂ ਪੜ੍ਹਾਈਆਂ ਦੇਣ ਵਾਲਾ ਤਾਂ ਗੁਰੂ ਪਰਮੇਸ਼ਰ ਹੈ। ਵੇਖੋ ਲੋਕ ਕਿੰਨਾ ਪੜ੍ਹਦੇ ਸਾਰਾ ਸਾਲ, ਪੇਪਰਾਂ ਵੇਲੇ ਤਾਂ ਇੱਥੇ ਹੀ ਆਉਂਦੇ ਆ, ਹੱਥ ਜੋੜਦੇ ਇੱਥੇ ਹੀ ਹੈ ਨਾ, ਮਹਾਰਾਜ ਚੰਗਾ ਪੇਪਰ ਹੋਵੇ, ਆ ਚੰਗੀ ਸਾਡੀ ਜਿਹੜੇ ਨੰਬਰ ਆਉਣ। ਉਦੋਂ ਪੜ੍ਹਾਈ ਦਾ ਮਾਣ ਕਿੱਥੇ ਜਾਂਦਾ ਹੈ। ਸਾਰੀਆਂ ਪੜ੍ਹਾਈਆਂ ਨੂੰ ਬਖਸ਼ਣ ਵਾਲੇ ਗੁਰੂ ਹੀ ਹੈ। ਬੰਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੀ ਕਈਆਂ ਨੇ ਵਿਆਕਰਨ ਟੀਕੇ ਲਿਖੇ ਹੋਏ ਹੈ ਅਤੇ ਉਹਨਾਂ ਨੇ ਹੁਜਤਬਾਜ਼ੀ ਬੜੀ ਕੀਤੀ ਹੋਈ ਆ। ਅੱਗੇ ਵਿਚਾਰ ਆ ਹੀ ਜਾਵੇਗੀ। ਆਪਾਂ ਜਦੋਂ ਅਗਲਾ ਪ੍ਰਸੰਗ ਆਉਣਾ ਮੁੱਲਾਂ ਪ੍ਰਤੀ ਉਪਦੇਸ਼, ਉਹਦੇ ਵਿੱਚ ਆਪਾਂ ਉਹਦਾ ਥੋੜ੍ਹਾ ਵਿਸਥਾਰ ਕਰਾਂਗੇ ਕਿ ਜਿਹੜੇ ਆਪਣੇ ਪੰਥ ਦੇ ਬਹੁਤੇ ਬਣੇ ਫਿਰਦੇ ਆ ਵਿਦਵਾਨ, ਉਹੀ ਗੁਰੂ ਸਾਹਿਬ ਜੀ ਦੀ ਸ਼ੰਕਾ ਕਰੀ ਜਾਂਦੇ ਅਤੇ ਅਸੀਂ ਹੋਰ ਜਿਹੜੇ ਆ ਕੋਈ ਦੂਸਰਾ ਹੈ ਉਹਨੂੰ ਕੀ ਕਹਿਣਾ ਹੈ। ਗੋਪਾਲ ਪਾਂਧਾ ਕਹਿੰਦਾ ਮਹਾਰਾਜ ਜੀ ਦੇ ਬਾਰੇ, ਵੇਖੋ ਕਲਿਆਣ ਚੰਦ ਜੀ, ਸਭ ਪ੍ਰਕਾਰ ਦੀ ਜਿਹੜੀ ਵਿੱਦਿਆ ਹੈ ਉਹ ਤਾਂ ਇਹਨਾਂ ਵਿੱਚੋਂ ਪ੍ਰਗਟ ਹੋਈ ਹੈ। ਅਤੇ ਮੈਂ ਤਾਂ ਦੁਨੀਆ ਦੇ ਵੇਖ ਰਿਹਾ ਝਾਤੀ ਮਾਰ ਕੇ ਵੀ ਇਹਨਾਂ ਦੀ ਉਮਰ ਦਾ ਅੱਜ ਤੱਕ ਤਾਂ ਕੋਈ ਮੈਂ ਨਾ ਵੇਖਿਆ ਹੀ, ਨਾ ਪੜ੍ਹਨ ਵਾਲਾ ਅਤੇ ਨਾ ਕੋਈ ਪੜ੍ਹ ਹੀ ਸਕਦਾ ਹੈ। ਇੰਨੇ ਇਹ ਮਹਾਨ ਹੈ। ਤੁਸੀਂ ਮੈਂ ਕਹਿੰਦਾ ਤੁਹਾਡੇ ਅੱਗੇ ਵੀ ਤੁਸੀਂ ਆਪਣੇ ਪੁੱਤਰ ਨੂੰ ਵੇਖੀ ਕਿਤੇ ਸਾਰੀ ਉਮਰ ਪੁੱਤਰ ਨਾ ਜਾਣਦਾ ਰਹੀ। ਇਹ ਤਾਂ ਕਿਸੇ ਦੇ ਅਵਤਾਰ ਹੈ ਅਤੇ ਇਹਨਾਂ ਨੂੰ ਪੜ੍ਹਾਉਣ ਦੀ ਜ਼ਰੂਰਤ ਨਹੀਂ, ਇਹ ਤਾਂ ਸਭ ਨੂੰ ਪੜ੍ਹਾਉਣ ਆਏ ਹੋਏ ਹੈ। ਚੌਪਈ ਇਸ ਪੜ੍ਹਨੇ ਕੇ ਪਰਹੋ ਨਾ ਖਿਆਲੇ। ਖਿਆਲ ਇਹ ਕਲਿਆਣ ਚੰਦ ਜੀ, ਇਸ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਤੂੰ ਨਾ ਪੈ। ਸਭ ਕਰਤਾ ਜੋ ਵਿਦਿਆ ਜਾਲੇ। ਉਹ ਜਿਹੜੀਆਂ ਸਭ ਵਿਦਿਆ ਨਾ 14 ਪ੍ਰਕਾਰ ਦੀ ਮੁੱਖ ਵਿਦਿਆ ਮੰਨੀ ਗਈ ਹੈ, ਉਸ ਵਿਦਿਆ ਦੇ ਇਹ ਕਰਤਾ ਇਹਨਾਂ ਵਿੱਚੋਂ ਹੀ ਪੈਦਾ ਹੋਈਆਂ ਹੈ। ਦੀਪ ਦੇ ਪਾਏ ਬਿਰਤਾਸ ਸਮਾਈ। ਇਵੇਂ ਦੀਪਕ ਹੁਣ ਪ੍ਰਮਾਣ ਦੇ ਕੇ ਕਹਿ ਰਹੇ ਕਲਿਆਣ ਚੰਦ, ਵੇਖੋ ਅੱਜ ਜਿਵੇਂ ਕੋਈ ਦੀਵਾ ਜਾਂ ਜਗਾ ਦੇਵੇ ਸੂਰਜ ਦੇ ਸਾਹਮਣੇ। ਤਮ ਹਰਬੇ ਕੋ ਨਰ ਉਦਤਾਈ। ਕੋਈ ਪੁਰਸ਼ ਹਨੇਰੇ ਨੂੰ ਨਾਸ ਕਰਨ ਵਾਸਤੇ ਉਧਰੋਂ ਸੂਰਜ ਚੜਿਆ ਹੋਵੇ, ਉਧਰੋਂ ਦੀਵਾ ਜਗਾਈ ਫਿਰੇ। ਦੀਪਕ ਤੇ ਕਿਆ ਹੋਏ ਪ੍ਰਕਾਸ਼ਾ। ਉਹ ਦੀਵੇ ਤੋਂ ਦੱਸੋ ਕੀ ਪ੍ਰਕਾਸ਼ ਹੋ ਸਕਦਾ, ਉਹਦੇ ਵਿਚਾਰਾ ਛੋਟਾ ਜਿਹਾ ਹੈ। ਫੀਕੀ ਪ੍ਰਭਾ ਪਰ ਅਗਤਾਸਾ। ਉਸ ਦੀਵੇ ਦੀ ਜਿਹੜੀ ਪ੍ਰਭਾ ਹੈ ਨਾ, ਜਿਹੜੀ ਉਹਦਾ ਪ੍ਰਕਾਸ਼ ਹੈ, ਸੂਰਜ ਅੱਗੇ ਫਿੱਕਾ ਪੈ ਜਾਂਦਾ ਹੈ। ਧੁੱਪ ਚੜੀ ਹੋਵੇ, ਦੀਵਾ ਜਗਾਓ, ਕੀ ਚਾਨਣ ਕਰੂ ਤੁਸੀਂ ਦੱਸੋ ਭਲਾ। ਇਸੇ ਤਰ੍ਹਾਂ ਕਲਿਆਣ ਚੰਦ ਜੀ, ਮੈਂ ਤੇ ਦੀਵੇ ਸਮਾਨ ਹਾਂ ਅਤੇ ਇਹ ਗੁਰੂ ਨਾਨਕ ਸਾਹਿਬ ਜੀ ਸੂਰਜ ਵਾਂਗ ਹੈ, ਅਤੇ ਮੈਂ ਇੱਥੇ ਕੀ ਪ੍ਰਕਾਸ਼ ਕਰ ਸਕਦਾ, ਕੀ ਪੜ੍ਹਾ ਸਕਦਾ ਹਾਂ। ਇਹ ਤਾਂ ਸਭ ਪੜ੍ਹਾਈਆਂ ਦੇ ਮਾਲਕ ਹੈ। ਮੇਰੀ ਪੜ੍ਹਾਈ ਇਹਨਾਂ ਅੱਗੇ ਕੀ ਕਰੂਗੇ, ਮੈਂ ਤੇ ਆਪ ਇਹਨਾਂ ਕੋਲ ਪੜ੍ਹਿਆ ਹੋਇਆ ਹਾਂ। ਸੁਤ ਉਸਤਤ ਸੁਣ ਸ਼ਰੁਤ
ਮਹਿ ਕਾਲੂ। ਇਵੇਂ ਬਾਬਾ ਕਲਿਆਣ ਚੰਦ ਜੀ ਕੰਨਾਂ ਵਿੱਚ ਆਪਣੇ ਪੁੱਤਰ ਦੀ ਆ ਉਸਤਤੀ ਸੁਣ ਕੇ ਵੀ ਗੋਪਾਲ ਪਾਂਧਾ ਤੇ ਆਪ ਹੱਥ ਜੋੜ ਕੇ ਕਹਿ ਰਿਹਾ ਵੀ ਮੈਂ ਕੀ ਪੜ੍ਹਾਵਾਂ ਇਹਨਾਂ ਨੂੰ, ਇਹ ਤੇ ਪੜ੍ਹਾਉਣ ਆਏ ਹੋਏ ਐ। ਬਿਨ ਸ਼ਰਧਾ ਔਰ ਹਰਖ ਬਿਸਾਲੂ। ਪਰ ਬਿਨਾਂ ਸ਼ਰਧਾ ਤੋਂ ਹੈ ਬਾਬਾ ਕਲਿਆਣ ਚੰਦ ਜੀ ਪਿਤਾ ਜੀ ਹਿਰਦੇ 'ਚ ਖੁਸ਼ ਹੋ ਗਏ ਵਡਿਆਈ ਸੁਣ ਕੇ, ਪਰ ਸ਼ਰਧਾ ਨਹੀਂ ਹੈ, ਸਮਝ ਨਹੀਂ ਆਈ ਹਜੇ ਵੀ ਗੋਪਾਲ ਪਾਂਧਾ ਹੱਥ ਜੋੜ ਕੇ ਕਹਿ ਰਿਹਾ ਹੈ ਤੇ ਗੱਲ ਵੀ ਚਲੀ ਕੀ ਹੈ। ਉਹ ਕਹਿ ਰਿਹਾ ਵੀ ਇਹ ਅਵਤਾਰ ਹੈ, ਪਰ ਮਨ 'ਚ ਪਰ ਸ਼ਰਧਾ ਨਹੀਂ ਹੈ ਨਾ, ਤੋ ਜਾਣਿਆ ਨਹੀਂ ਜਾ ਰਿਹਾ। ਮਨ 'ਚ ਖੁਸ਼ ਹੋ ਗਏ ਪਰ ਸ਼ਰਧਾ ਨਹੀਂ ਹੈ। ਉਹ ਕਿਉਂਕਿ ਇਹ ਤੇ ਕੁਦਰਤੀ ਗੱਲ ਹੈ ਸਾਧ ਸੰਗਤ ਜੀ। ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਹੈ ਤੇ ਸਪੁੱਤਰ ਭਗਤੀ ਦੇ ਵਾਲੇ, ਬੜੀ ਭਗਤੀ ਹੈ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਦੀ। ਐਵੇਂ ਨਹੀਂ ਹੈ ਉਹ ਜੋ ਕੁਝ ਕੀਤਾ ਗੁਰੂ ਜੀ ਨੇ ਕੌਤਕ, ਗੁਰੂ ਜੀ ਦੀ ਮੌਜ ਹੈ। ਪਰ ਵੇਖੋ ਪਛਾਣ ਨਹੀਂ ਸਕੇ। ਭੈਣ ਨਾਨਕੀ ਜੀ ਭਾਈਆ ਜੈ ਰਾਮ ਨੇ ਪਛਾਣਿਆ, ਜਾਂ ਅੰਤਲੇ ਸਮੇਂ ਪਿਤਾ ਮਾਤਾ ਜੀ ਨੇ ਪਛਾਣਿਆ। ਗੁਰੂ ਜੀ ਨੇ ਜਦੋਂ ਮੋਹ ਦੀ ਕਨਾਤ ਚੁੱਕੀ ਹੈ, ਗੁਰੂ ਅੰਗਦ ਦੇ ਮਹਾਰਾਜ ਹੋਏ ਹੈ ਤੇ ਉਹਨਾਂ ਨੂੰ ਵੇਖੋ ਪੁੱਤਰ ਨਹੀਂ ਜਾਣ ਸਕੇ, ਗੁਰੂ ਅਮਰਦਾਸ ਜੀ ਨੂੰ ਸੁਪੁੱਤਰ ਨਹੀਂ ਜਾਣ ਸਕੇ। ਇਹ ਤੇ ਕੁਦਰਤੀ ਗੱਲ ਹੈ। ਘਰ ਦੇ ਵਿੱਚ ਕੋਈ ਸੰਤ ਮਹਾਂਪੁਰਸ਼ ਜਿੱਦਾਂ ਵੀ ਹੋਵੇ ਉਹਨੂੰ ਨਹੀਂ ਜਾਣ ਸਕਦੀ। ਉਹ ਤੇ ਕ੍ਰਿਸ਼ਨ ਭਗਵਾਨ ਜੀ ਨੇ ਉਹ ਕਿਆ ਹੋਇਆ ਨਾ ਬਚਨ ਕਲਯੁੱਗ ਦੇ ਸਮੇਂ ਦੇ ਦੱਸੇ ਹੈ। ਕਹਿੰਦੇ ਹੈ ਵੀ ਜਦੋਂ ਕਲਯੁੱਗ ਆਵੇਗਾ ਤੇ ਇੱਕ 5 ਗੁਣਾਂ ਵਿੱਚ ਇੱਕ ਹੋਰ ਗੁਣ ਦੱਸਿਆ, ਇੱਕ ਗੁਣ 5 ਚੋਂ। ਕਹਿੰਦੇ ਜਦੋਂ ਕਿਸੇ ਦਾ ਬੱਚਾ ਭਗਤੀ ਮਾਰਗ 'ਤੇ ਪੈ ਜਾਏਗਾ, ਰੱਬ ਦਾ ਨਾਮ ਲਵੇਗਾ, ਤੇ ਜਿਹੜੇ ਲੋਕ ਹੈ ਉਹਦੀ ਸਲਾਹਤਾ ਕਰਨਗੇ, ਭਾਵਨਾ ਵਾਲੇ ਨਿੰਦਕ ਤੇ ਹੁੰਦੇ ਉਂਝ ਨਾਲ ਉਹ ਸਲਾਹਤਾ ਕਰਨਗੇ। ਬੜੀ ਕਿਰਪਾ ਉੱਤੇ ਉਹਦੇ ਪਰਮੇਸ਼ਰ ਦੇ ਨਾਮ ਨਾਲ ਛੋਟਾ ਜਿਹਾ ਜੁੜ ਗਿਆ ਹੈ, ਰੱਬ ਨੇ ਭਾਗ ਲਾਏ ਇਹਨੂੰ। ਤੇ ਜਿਸ ਵਕਤ ਕ੍ਰਿਸ਼ਨ ਭਗਵਾਨ ਕਹਿੰਦੇ ਹੈ ਅਰਜਨ, ਉਹੀ ਬੱਚਾ ਜੇ ਕਦੇ ਉਹਨਾਂ ਘਰ ਪੈਦਾ ਹੋ ਗਿਆ ਜਿਹੜੇ ਸਿਫਤ ਕਰਦੇ ਆ ਭਗਤੀ ਵਾਲਾ, ਉਹ ਲੋਕ ਅੱਖਾਂ 'ਚ ਮੁੱਕੀਆਂ ਦੇ ਦੇ ਕੇ ਰੋਣਗੇ, ਕਿੱਥੋਂ ਪੈਦਾ ਹੋ ਗਿਆ, ਆ ਇੱਕੋ ਇੱਕ ਸੀ ਤੇ ਸਾਨੂੰ ਜਾੜ ਕੇ ਰੱਖਦਾ ਇਹਨੇ, ਇਹ ਤੇ ਗੁਰੂ ਘਰ ਵੜ ਗਿਆ ਹੈ, ਕਿੱਥੋਂ ਖਾਵਾਂਗੇ, ਕੀ ਕਰਾਂਗੇ। ਉਹ ਹੋਇਆ ਨਾ ਹੋਇਆ ਇੱਕ ਬਰਾਬਰ ਹੀ ਆ। ਉਹ ਰੋਣਗੇ ਜਦੋਂ ਆਪਣੇ ਘਰ ਪੈਦਾ ਹੋ ਗਿਆ, ਨਹੀਂ ਸਮਝਣਗੇ। ਇਵੇਂ ਗੋਪਾਲ ਪਾਂਧੇ ਨੇ ਤੇ ਗੁਰੂ ਜੀ ਦੀ ਵਡਿਆਈ ਬੜੀ ਕੀਤੀ ਹੈ। ਬਾਬਾ ਕਲਿਆਣ ਚੰਦ ਜੀ ਸੁਣ ਕੇ ਖੁਸ਼ ਹੋ ਗਏ, ਪਰ ਬਿਨ ਸ਼ਰਧਾ ਨਹੀਂ ਹੈ। ਸਮਝ ਨਹੀਂ ਆਈ ਮਨ ਵਿੱਚ ਵੀ ਗੋਪਾਲ ਪਾਂਧਾ ਕਹਿਣਾ ਕੀ ਚਾਹ ਰਿਹਾ ਹੈ। ਹਟ ਕਰ ਘਰ ਆਵਤ ਪਾਸੋ। ਇਵੇਂ ਆਪਣੇ ਘਰ ਹਟ ਕਰਕੇ ਮੁੜ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਫੜ ਕੇ ਲੈ ਕੇ ਆ ਗਏ ਐ। ਕਰਨ ਲੱਗਿਓ ਕਾਰਜ ਨਿਜ ਜੋ। ਜਿਹੜਾ ਆਪਣਾ ਕੰਮ ਸੀ ਉਹ ਵਹੀਆਂ ਕਾਗਜ਼ ਪੱਤਰ ਫੋਲਣੇ, ਉਹ ਕੰਮ ਕਰਨ ਲੱਗ ਪਏ ਬਾਬਾ ਜੀ। ਸ੍ਰੀ ਨਾਨਕ ਕੀ ਇੱਛਾ ਜਹਵਾ। ਇੱਧਰੋਂ ਗੁਰੂ ਨਾਨਕ ਸਾਹਿਬ ਜੀ ਦੀ ਜਿੱਥੇ ਇੱਛਾ ਹੁੰਦੀ ਹੈ, ਵਿੱਚ ਰਹਿ ਬਾਲਕ ਮਹਿ ਮਿਲਤ ਹਵਾ। ਉੱਥੇ ਗੁਰੂ ਮਹਾਰਾਜ ਆਪਣੀ ਮੌਜ ਵਿੱਚ ਆ ਕੇ ਮਿਲ ਕੇ ਉਹ ਬੱਚਿਆਂ ਨਾਲ ਵਿਚਰਦੇ ਐ। ਦੋਹਰਾ ਮਸਤਕ ਆਯੁਤ ਦੀਪਤ ਦੁੱਤ। ਗੁਰੂ ਜੀ ਦਾ ਜਿਹੜਾ ਮਸਤਕ ਮੱਥਾ ਜਿਹਨੂੰ ਕਹੀਦਾ ਹੈ, ਗੁਰੂ ਵਾਸਤੇ ਮਸਤਕ ਸ਼ਬਦ ਵਰਤਿਆ ਜਾਂਦਾ ਹੈ। ਜਿਹੜਾ ਗੁਰੂ ਜੀ ਦਾ ਮਸਤਕ ਬੜਾ ਚੌੜਾ ਹੈ, ਬੜੀ ਸੋਭਾ ਨਾਲ ਪ੍ਰਕਾਸ਼ਮਾਨ ਹੋ ਰਿਹਾ, ਜਿਵੇਂ ਸੂਰਜ ਚਮਕਦਾ ਹੋਵੇ। ਚਿਤ ਮੋਹਤ ਨਰਬਾਲ। ਇਸਤਰੀਆਂ ਪੁਰਸ਼ ਬੱਚੇ ਜਿਹੜੇ ਗੁਰੂ ਜੀ ਦਾ ਮੁਖ ਵੇਖਦੇ ਉਹ ਮੋਏ ਜਾਂਦੇ, ਉੱਥੇ ਹੀ ਆ ਭੌਰਿਆਂ ਵਾਂਗ ਮਸਤ ਹੋ ਜਾਂਦੇ ਐ। ਕਮਲ ਦਲਨ ਸੇ ਦ੍ਰਿਗ ਲਲਿਤ। ਗੁਰੂ ਸਾਹਿਬ ਜੀ ਦੇ ਜਿਹੜੇ ਨੇਤਰ ਹੈ ਜਿਵੇਂ ਕਵਲ ਦੀਆਂ ਪੱਤੀਆਂ, ਪੱਤਰੇ ਬੜੇ ਚੌੜੇ ਹੁੰਦੇ, ਚੌੜੇ ਚੌੜੇ ਨੇਤਰ ਬੜੇ ਸੁੰਦਰ ਹਨ। ਆਲਾ ਲਾਜ ਵਿਸਾਲ। ਆ ਲੱਜਾ ਦੇ ਤੇ ਘਰ ਹੀ ਹੈ ਗੁਰੂ ਜੀ ਦੇ ਜਿਹੜੇ ਨੇਤਰ ਹੈ। ਭਾਵ ਐਸੇ ਗੁਰੂ ਮਹਾਰਾਜ ਐਵੇਂ ਆਪਣੇ ਨੇਤਰਾਂ ਵਿੱਚ ਸ਼ਰਮਾਉਂਦੇ ਰਹਿੰਦੇ ਹੈ। ਇਹ ਜਿਹੜੇ ਪੂਰਨ ਪੁਰਸ਼ ਹੁੰਦੇ ਉਹਨਾਂ ਦਾ ਸੁਭਾਅ ਇਹੋ ਜਿਹਾ ਹੀ ਹੁੰਦਾ। ਨੇਤਰਾਂ ਕਰਕੇ ਲੱਜਿਆ ਦੇ ਤੇ ਗੁਰੂ ਜੀ ਦੇ ਜਿਹੜੇ ਨੇਤਰ ਉਹ ਘਰ ਹੀ ਹੈ।
ਇਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਮਹਾਨ ਹਨ, ਜਿਨ੍ਹਾਂ ਸਤਿਗੁਰਾਂ ਨੇ ਆ ਕੌਤਕ ਕੀਤੇ ਹੈ। ਗੁਰੂ ਨਾਨਕ ਸਾਹਿਬ ਜੀ ਜੋ ਆਪ ਪਰਮੇਸ਼ਰ ਹੈ, ਜਿਨ੍ਹਾਂ ਨੂੰ ਸਮਝਣਾ ਬੜਾ ਔਖਾ ਹੈ। ਬਾਬਾ ਕਲਿਆਣ ਚੰਦ ਜੀ ਉਹਨਾਂ ਨੇ ਬੇਅੰਤ ਤਪ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਵਤਾਰ ਆਪਣੇ ਘਰ ਵਿੱਚ ਲਿਆ ਹੈ। ਜੋ ਇੱਛਾ ਸੀ ਉਹ ਇੱਛਾ ਅਨੁਸਾਰ ਹੋਏ ਹੈ। ਪਰਮੇਸ਼ਰ ਨੇ ਉਹ ਤਾਂ ਉਸ ਵਕਤ ਹੀ ਕਹਿ ਦਿੱਤਾ ਸੀ ਕਿ ਵੇਖੋ ਤੁਹਾਡੇ ਘਰ ਅਵਤਾਰ ਧਾਰਨ ਕਰਾਂਗੇ, ਪਰ ਮਾਇਆ ਪਾ ਕੇ ਰੱਖਾਂਗੇ। ਉਹ ਮਾਇਆ ਇੱਕ ਨਾਦ ਤਾਣੀ ਹੋਈ ਹੈ। ਗੋਪਾਲ ਪਾਂਧੇ ਨੂੰ ਗੁਰੂ ਜੀ ਨੇ ਉਪਦੇਸ਼ ਕੀਤਾ ਹੈ, ਉਹਦੇ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ। ਅੱਜ ਜਿਵੇਂ ਹੁਣ ਗੋਪਾਲ ਪਾਂਧੇ ਨੇ ਫਿਰ ਵਡਿਆਈ ਕਰ ਦਿੱਤੀ ਹੈ। ਬਾਬਾ ਕਲਿਆਣ ਚੰਦ ਸੁਣ ਕੇ ਘਰ 'ਤੇ ਆ ਗਏ ਹੈ। ਖੁਸ਼ੀ ਹੋ ਗਈ ਹੈ ਵੀ ਸਾਡਾ ਸਪੁੱਤਰ ਬੜਾ ਲਾਇਕ ਹੈ, ਪਰ ਉਹ ਸ਼ਰਧਾ ਜੀ ਨਹੀਂ ਮੰਨਦੇ ਆਈ, ਸਮਝ ਜੀ ਨਹੀਂ ਹਜੇ ਵੀ ਆਈ। ਇਵੇਂ ਗੁਰੂ ਸਾਹਿਬ ਜੀ ਅੱਗੇ ਤੋਂ ਅੱਗੇ ਕੌਤਕ ਕਰਦੇ ਜਾਣਗੇ। ਹੁਣ ਪ੍ਰਸੰਗ ਜਿਹੜਾ ਇੱਥੇ ਥੋੜ੍ਹਾ ਜ਼ਿਆਦਾ ਪਿਆ ਹੈ, ਸਮਾਂ ਆਪਣੇ ਕੋਲ ਥੋੜ੍ਹਾ ਹੈ। ਉਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਵਾ ਵਿਚਾਰਾਂ ਦੀ ਸਮਾਪਤੀ ਹੈ। ਮਸਤਕ ਆਯੁਤ ਦਿਪਤ ਦੁਤ ਚਿਤ ਮੋਹਤ ਨਿਰਬਾਲ ਕਮਲ ਦਲਨ ਸੇ ਦ੍ਰਿਗ ਲਲਿਤ ਆਲਾ ਲਾਜ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। हे गोबिंद हे गुण निधान, जाकै सदा विवेक। हे अपरंपर हर हरे है भी होवन हार। हे संत है कै सदा संग, निदारा आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो हिय परोए। आए प्रभ सरनागति, कृपा निध दयाल। एक अखर हर मन बस्त ना